ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗੁਰੂ ਨੌਵੇਂ ਪਾਤਸ਼ਾਹ ਦਾ ਜੀ ਦਾ ਆਪ ਜੀ ਨੇ ਜਾਪ ਜੀ ਸ਼ੁਰੂ ਕੀਤਾ ਸੀਗਾ, ਆਪ ਜੀ ਨੇ ਸਰਵਣ ਕੀਤਾ ਹੈ। ਇਹ ਜਾਪ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਸਮੂਹ ਸੰਸਾਰ ਗੁਰੂ ਨਾਨਕ ਨਾਮ ਗੁਰਸਿੱਖ ਮਾਈ ਭਾਈ ਸਭ ਸੰਗਤਾਂ ਦੇ ਨਾਮ ਨਿਵਾਸੀ ਜਿੰਨੇ ਵੀ ਦੇਸਾਂ ਪ੍ਰਦੇਸਾਂ ਦੇ ਵਿੱਚ ਜਾਂ ਜਿੱਥੇ ਵੀ ਗੁਰਸਿੱਖੀ ਜਾਂ ਸੰਸਾਰ ਦੇ ਸਭ ਜਿੰਨੇ ਵੀ ਸੰਸਾਰ ਦੇ ਜੀਵ ਹਨ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਪਿਆਰਿਓ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ 400 ਸਾਲਾ ਸ਼ਤਾਬਦੀ ਜਿਹੜੀ ਕਿ 2021 ਦੇ ਵਿੱਚ 5 ਵਿਸਾਖ ਨੂੰ ਆ ਰਹੀ ਹੈ, ਉਹਦੇ ਸੰਬੰਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਇੱਕ ਪ੍ਰੋਗਰਾਮ ਲਿਖਿਆ ਗਿਆ ਸੀਗਾ ਸ਼ਤਾਬਦੀ ਦਾ, ਜਿਹਦੀ ਤਕਰੀਬਨ ਸਾਰੀ ਸਰਕਾਰ ਵੱਲੋਂ ਮਨਜ਼ੂਰੀ ਲਈ ਗਈ ਸੀ। ਸੋ ਅਜੋਕੇ ਸਮੇਂ ਦੇ ਵਿੱਚ ਜੋ ਇਹ ਥੋੜ੍ਹਾ ਕੁ ਵਿੱਚ ਇਹਦੇ ਦਿੱਕਤ ਆ ਗਈ ਹੈ, ਉਹ ਸਾਰਿਆਂ ਨੂੰ ਪਤਾ ਹੀ ਹੈ ਕਿ ਆ ਜਿਹੜੀ ਮਹਾਂਮਾਰੀ ਸ਼ੁਰੂ ਹੋਈ ਹੈ, ਇਹਦੇ ਕਾਰਨ ਕਰਕੇ ਇਹ ਥੋੜ੍ਹਾ ਕੁ ਪ੍ਰੋਗਰਾਮ ਦੀ ਮੱਧਮ ਪਈ ਹੈ। ਸੋ ਫਿਰ ਵੀ ਚਲੋ ਗੁਰੂ ਪਾਤਸ਼ਾਹ ਕਿਰਪਾ ਕਰੇ, ਇਹ ਸਾਰਾ ਕੁਝ ਸਦਾ ਤੇ ਰਹਿਣਾ ਨਹੀਂ, ਉੜ ਜਾਣਾ ਸਾਰਾ ਕੁਝ ਹੀ ਉੜ ਜਾਣੀ, ਸਾਰੇ ਕਿਸੇ ਬੰਨੇ ਖਾਤਮਾ ਹੋ ਜਾਣਾ ਇਸ ਦਾ। ਗੁਰੂ ਨਾਨਕ ਦੇ ਘਰ ਦੀ ਜਿਹੜੀ ਮਹਾਨ ਬਖਸ਼ਿਸ਼ ਹੈ ਉਹ ਚੱਲਣੀ ਹੋਣੀ ਹੈ। ਸੋ ਬੇਨਤੀ ਹੈ ਪਿਆਰਿਓ, ਉਪਰਾਲਾ ਕੀਤਾ ਗਿਆ ਕਿ ਹੁਣ ਆਪ ਜੀ ਨੂੰ ਇਹ ਪਤਾ ਹੀ ਹੈ ਕਿ ਆਪਾਂ ਬਹੁਤੇ ਜ਼ਿਆਦਾ ਇਕੱਤਰ ਨਹੀਂ ਹੋ ਸਕਦੇ, ਇਕੱਤਰਤਾ ਨਹੀਂ ਸਾਡੀ ਹੋ ਸਕਦੀ। ਗੁਰਦੁਆਰਾ ਸਾਹਿਬ ਦੇ ਵਿੱਚ ਹੀ ਤੁਸੀਂ ਦੇਖਦੇ ਜੇ ਕਿ ਬਹੁਤਾ ਇਕੱਠ ਨਹੀਂ ਹੋ ਸਕਦਾ। ਵੈਸੇ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਧਰਮ ਪ੍ਰਚਾਰ ਕਮੇਟੀ ਵੱਲੋਂ ਇਹ ਜਾਂ ਸਰਕਾਰ ਵੱਲੋਂ ਇਹ ਲਿਖਿਆ ਗਿਆ ਸੀਗਾ, ਅੱਜ ਤੋਂ ਮਹੀਨਾ 10 ਦਿਨ ਪਹਿਲਾਂ ਤੁਸੀਂ ਦੇਖਿਆ ਸੀ ਸਾਰੇ ਟੀਵੀਆਂ ਦੇ ਉੱਤੇ ਖਬਰਾਂ ਸੁਣੀਆਂ ਸੀਗੀਆਂ, ਔਰ ਉਸ ਤਰ੍ਹਾਂ ਵੀ ਪ੍ਰੋਗਰਾਮ ਲਿਖਿਆ ਗਿਆ ਸੀਗਾ ਕਿ ਇਹ ਸ਼ਤਾਬਦੀ ਬੜੇ ਵੱਡੇ ਪੱਧਰ 'ਤੇ ਮਨਾਈ ਜਾਣੀ, ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 550 ਸਾਲਾ ਮਨਾਇਆ ਗਿਆ। ਉਸ ਹਿਸਾਬ ਨੇ ਸੁਣਿਆ ਹੀ ਨਵੰਬਰ ਮਹੀਨੇ ਦੇ ਵਿੱਚ ਦੇਖਿਆ, ਸਾਰਿਆਂ ਨੇ ਦਰਸ਼ਨ ਮੇਲੇ ਕੀਤੇ ਸੀਗੇ। ਗੁਰੂ ਨਾਨਕ ਸਾਹਿਬ ਜੀ ਦਾ ਸੁਲਤਾਨਪੁਰ ਲੋਧੀ ਵੀ ਮਨਾਇਆ ਸੀ, ਉਸੇ ਤਰ੍ਹਾਂ ਇਹ ਜਿਹੜੀ ਸ਼ਤਾਬਦੀ ਇੱਥੇ ਮਨਾਈ ਜਾਣੀ ਸੀਗੀ। ਅਤੇ ਪ੍ਰੋਗਰਾਮ 'ਤੇ ਨਾ ਸ਼ੁਰੂ ਕਰਨਾ ਤਰੀਕਾਂ ਵਿੱਚ ਨਿਯੁਕਤ ਕਰਨੀਆਂ ਸੀਗੀਆਂ, ਅਤੇ ਉਹ ਕੁਦਰਤੀ ਆ ਜਿਹੜੇ ਗੇੜ ਬਣ ਗਿਆ ਉਹਦਾ ਕਾਰਨ ਕਰਕੇ ਵੈਸੇ ਤਾਂ 5 ਵਿਸਾਖ ਤੋਂ ਇਹਨਾਂ ਨੇ ਜਿੱਦਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸ਼ਤਾਬਦੀ 1 ਸਾਲ ਪਹਿਲਾਂ ਸ਼ੁਰੂ ਕੀਤੀ ਗਈ, ਇਸੇ ਤਰ੍ਹਾਂ ਇਹ ਪ੍ਰੋਗਰਾਮ ਜਿਹੜਾ ਹੈ ਲਿਖਿਆ ਗਿਆ ਸੀਗਾ। ਜੋ ਕੁਦਰਤੀ ਜੋ ਆ ਕਰੋਨਾ ਮਹਾਂਮਾਰੀ ਦਾ ਕਾਰਨ ਕਰਕੇ ਥੋੜ੍ਹੀ ਤਬਦੀਲੀ ਹੋ ਗਈ, ਕਿਉਂਕਿ ਇਹ ਜਿਹੜਾ ਇੱਥੇ ਇਹਦਾ ਚੱਲ ਰਿਹਾ ਕਰੋਨਾ ਦਾ ਸਾਰੇ ਦੇਸ਼ ਭਰ ਸਾਰੇ ਸੰਸਾਰ ਵਿੱਚ ਚੱਲ ਉਹਦੇ ਕਾਰਨ ਕਰਕੇ ਥੋੜ੍ਹੀ ਇਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਹੋਰ ਜਿਹੜਾ ਧਰਮ ਪ੍ਰਚਾਰ ਕਮੇਟੀ ਵੱਲੋਂ ਜਾਂ ਜਿੰਨੇ ਵੀ ਇਹਨਾਂ ਨੇ ਇਹ ਪ੍ਰੋਗਰਾਮ ਲਿਖਿਆ ਸੀ ਉਹ ਮੱਧਮ ਪੈ ਗਿਆ। ਹੁਣ ਜੇ ਤੇ ਲਾਈਏ ਸਾਹਿਬ ਮਨ 'ਤੇ ਬਹੁਤ ਦੁਖੀ ਹੈ ਇਸ ਗੱਲ ਤੋਂ ਕਿ ਇਹ ਕੀ ਬਣਿਆ, ਕਰਨਾ ਕੁਛ ਹੀ ਹੋ ਕੁਝ ਗਿਆ। ਚਲੋ ਜੋ ਵੀ ਹੈ ਕਰੇ ਕਰਾਵੇ ਆਪ ਮਾਨੋ ਕਿ ਕਿਸਨਾ ਹੀ ਹਾਰ। ਅੱਜ ਆਪਾਂ ਕਿਆ ਫਿਰ ਸਿਰਾ ਲਾਉਂਦੇ ਹਾਂ, ਕੋਈ ਕੁਛ ਕਹੀ ਜਾਂਦਾ, ਕੋਈ ਪਿਆਰੋ ਇੱਕ ਗੱਲ ਇਹ ਯਾਦ ਰੱਖੋ ਕਿ ਇਹ ਜਿਹੜੀ ਮਹਾਂਮਾਰੀ ਆਈ ਹੈ ਇਹ ਅੱਜ ਕੋਈ ਨਵੀਂ ਨਹੀਂ ਆਈ, ਇਹ ਪਹਿਲਾਂ ਵੀ ਆਈਆਂ ਵਾ 3-4 ਵਾਰ ਇਹ ਹੋ ਗਿਆ ਵਾ। ਇਸ ਦਾ ਜਿਹੜਾ ਵੈਸੇ ਜਿਹੜੀ ਐਰਕਾਂ ਦੀ ਇਹ ਪੋਜੀਸ਼ਨ ਬਣੀ ਅੱਗੇ ਨਹੀਂ ਸੀ ਕਦੀ, ਕਿਉਂਕਿ ਪਿੱਛੇ ਆਪਾਂ ਚੱਲੀਏ ਤਾਂ ਬਹੁਤ ਹੀ ਜਿਹੜੀ ਇਸ ਗੱਲ ਦੀ ਆਪਾਂ ਨੂੰ ਪ੍ਰੋੜਤਾ ਕਰਾਂਗੇ ਕਿ ਇਹ ਪਹਿਲਾਂ ਨਹੀਂ ਸੀ ਕਦੀ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਐਰਕਾਂ ਹੋਇਆ। ਮਹਾਂਮਾਰੀਆਂ ਆਉਂਦੀਆਂ ਰਹੀਆਂ, ਇਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਵੀ ਆਈ ਸੀਗੀ, ਉਦੋਂ ਕੋੜ ਦੇ ਰੂਪ ਵਿੱਚ ਆਈ ਸੀਗੀ। ਕੋੜ ਰੂਪੀ ਇਹ ਸੰਨ 1590 ਦੇ ਵਿੱਚ ਆਈ ਸੀਗੀ। ਉਹ ਤੁਸੀਂ ਇਤਿਹਾਸ ਪੜ੍ਹੋਗੇ, ਜਦੋਂ ਇਤਿਹਾਸ ਦੀਆਂ ਤੁਸੀਂ ਰਚਨਾ ਪੜ੍ਹੋਗੇ ਜੋ ਇਤਿਹਾਸ ਦੇ ਵਿੱਚ ਲਿਖਿਆ ਹੈ, ਤਰਨ ਤਾਰਨ ਦਾ ਜਿਹੜਾ ਸੂਬਰ ਜਿਹੜਾ ਵਾ ਨਾ ਬਣਾਇਆ, ਜਿਹੜਾ
ਖਾਸ ਕਰਕੇ ਉਹ ਸਰੋਵਰ ਦੀ ਜਿਹੜੀ ਉਤਪਤੀ ਜਿਹੜੀ ਸੀ ਨਾ, ਉਸ ਵਕਤ ਹੀ ਉਹ ਜਦੋਂ ਕੋਹੜ ਦੀ ਚੱਲੀ ਸੀ। ਮਤ ਇਹ ਪਿਆਰੋ ਇਹੋ ਜਿਹੀ ਹਾਲਤ ਹੋ ਗਈ ਆ। ਤੇ ਆਪਾਂ ਹੁਣ ਥੋੜ੍ਹਾ ਤੇ ਹੁਣ ਚਲੋ ਆਪਾਂ ਇਹਨੂੰ ਵੀ ਬਹੁਤ ਵੈਸੇ ਇਸ ਮਹਾਂਮਾਰੀ ਨੂੰ ਵੀ, ਇਹ ਕਰੋਨਾ ਨੂੰ ਬਹੁਤ ਆਪਾਂ ਇਹਨੂੰ ਘਿਰਨਾ ਦੇ ਨਾਲ ਜਾਂ ਇਹ ਤੋਂ ਆਪਾਂ ਕਹਾਂਗੇ ਬੜੀ ਮਾੜੀ ਆ। ਪਰ ਜਦੋਂ ਇਤਿਹਾਸ ਬੋਲਿਆ ਜੀ, ਇਤਿਹਾਸ ਦੀਆਂ ਪਿਛਲੀਆਂ ਕੜੀਆਂ ਵਾਲੇ ਜੀ ਜਿਹੜੇ ਉਸ ਵਕਤ 1590 ਦੇ ਵਿੱਚ ਹਾਲਤ ਸੀ ਨਾ ਪਿਆਰੋ, ਇਹੋ ਜਿਹੀ ਦਸ਼ਾ ਹੋ ਗਈ ਸੀ ਕਿ ਕੋਹੜ ਚੱਲਿਆ ਇਹੋ ਜਿਹਾ ਸਰੀਰਾਂ ਦੇ ਉੱਤੇ ਵੀ ਬੋ ਅਤੇ ਬਦਬੋ ਤੇ ਆਉਂਦੀ ਸੀ। ਇੰਨੇ ਲਹੂ ਪਾਕ ਦੇ ਨਾਲ ਸਰੀਰ ਜਿਹੜੇ ਉਹ ਨਸ਼ਟ ਹੋ ਗਏ ਸੀਗੇ, ਪਾਕਾਂ ਵਗਦੀਆਂ ਸੀ ਵਿੱਚ। ਇਹ ਸੰਨ 1590 ਦੀ ਗੱਲ ਹੈ, ਤਵਾਰੀਖੀ ਗੱਲ ਹੈ। ਅਤੇ 1590 ਦੇ ਵਿੱਚ ਇਹ ਕੀ ਹੋਇਆ ਕਿ ਜਦੋਂ ਉਹ ਕੋਹੜ ਦੀ ਇਹ ਨਾਮਰਾਦ ਬਿਮਾਰੀ ਇਹ ਉਸ ਰੂਪ ਵਿੱਚ ਆਈ ਸੀਗੀ, ਅਤੇ ਇੰਨਾ ਮੰਦਾ ਹਾਲ ਹੋ ਗਿਆ ਸੀਗਾ ਵੀ ਘਰਾਂ ਦੇ ਵਿੱਚੋਂ ਜਿਹੜੇ ਪਰਿਵਾਰ ਸੀ ਨਾ, ਜਿਹੜੇ ਜਿਹਨੂੰ ਇਹ ਕੋਹੜ ਹੋ ਜਾਂਦਾ ਸੀਗਾ, ਅਤੇ ਕਈ ਵਾਰ ਉਹ ਘਰਾਂ ਦੇ ਵਿੱਚ ਬੜੇ ਬੜੇ ਜੀਆਂ ਨੂੰ ਇਹ ਇਸੇ ਤਰ੍ਹਾਂ ਹੀ ਹੋਇਆ ਸੀਗਾ ਜਿਸ ਤਰ੍ਹਾਂ ਹੁਣ ਹੋਈ ਆ। ਅਤੇ ਇੰਨੀ ਬਦਬੂ ਆਉਣੀ, ਇੰਨੇ ਜ਼ਖਮ ਹੋ ਜਾਣੇ, ਇੱਥੋਂ ਤੱਕ ਘਰਾਂ ਵਾਲਿਆਂ ਨੇ ਅੱਕ ਕੇ ਨਾ ਜਿਹੜੇ ਨਹੀਂ ਸੀਗੇ ਗਰੀਬ ਜਿਹੜੇ ਸੀ, ਉਹਨਾਂ ਨੂੰ ਘਰਾਂ 'ਚੋਂ ਕੱਢ ਦਿੱਤਾ ਜਾਂਦਾ ਸੀ। ਕਹਿੰਦੇ ਸੀ ਬੋ ਆਉਂਦੀ ਇਹਦੇ ਕੋਲ, ਅਤੇ ਬਾਹਰ ਸੁੱਟ ਦਿੰਦੇ ਸੀ। ਅਤੇ ਇੰਨਾ ਮੰਦਾ ਹਾਲ ਹੋ ਗਿਆ ਸੀਗਾ। ਫਿਰ ਮੇਰੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਿਹੜਾ ਤਰਨ ਤਾਰਨ ਦਾ ਜਿਹੜਾ ਸਰੋਵਰ ਹੈ ਨਾ, ਖਾਸ ਕਰ ਇਹ 1590 ਦੀ ਜਿਹੜੀ ਤਵਾਰੀਖ ਦਾ ਇੱਕ ਸਾਨੂੰ ਸਾਖ ਜਾਂ ਸਾਨੂੰ ਇਹ ਇਤਿਹਾਸ ਦੇ ਵਿੱਚ ਆਉਂਦਾ ਇਸ ਦਾ ਜ਼ਿਕਰ। ਮੇਰੇ ਪਾਤਸ਼ਾਹ ਜੀ ਨੇ ਕੀ ਕੀਤਾ ਕਿ ਇਹ ਸਰੋਵਰ ਜਿਹੜਾ ਇੱਥੇ ਬਣਾਇਆ ਸੀਗਾ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਪੱਟੀ ਦਾ ਜਿਹੜਾ ਹੈਗਾ ਸੀਗਾ ਉੱਥੇ ਦੇ ਜਿਹੜੇ ਬਹੁਤ ਵੱਡਾ ਇੱਕ ਇਹ ਹੋਇਆ ਵਾ ਭਾਈ ਲੰਗਾਹ ਜੀ, ਔਰ ਉਹ ਭਾਈ ਲੰਗਾਹ ਜੀ ਉਹ ਉੱਥੇ ਦੇ 3 ਜਿਹੜੇ ਆ ਬੜੇ ਤਗੜੇ ਵੱਡੇ ਢਨਾਡ ਹੋਏ ਆ। ਤਿੰਨਾਂ ਦੇ ਵਿੱਚੋਂ ਇਹ ਦੱਸਿਆ ਕਿ ਤਿੰਨਾਂ ਦੀ ਉਹ ਜਿਹੜੀ ਜ਼ਮੀਨ ਜਾਇਦਾਦ ਜਿਹੜੀ ਇਹ ਤਰਨ ਤਾਰਨ ਦੀ ਉੱਥੋਂ ਪੱਟੀ ਦੀ ਇਹ ਬੜੀ ਦੂਰ ਤੱਕ ਸੀਗੀ ਇਹਨਾਂ ਦੀ ਇਹ ਜਿਹੜੀ ਜ਼ਮੀਨ ਜਾਇਦਾਦ। ਇਹ 3 ਲੱਖੀ ਇਹਨਾਂ ਦਾ 9 ਲੱਖੀ ਇਹਨਾਂ ਦਾ ਮਤਲਬ ਨਾਂ ਸੀਗਾ। ਇਹ ਇੱਕ ਜਿਹੜੇ ਸੰਧੂ ਗੋਤ ਵਾਲੇ ਅਤੇ ਇੱਕ ਪੰਨੂ ਅਤੇ ਇੱਕ ਇਹ ਜਿਹੜੇ ਭਾਈ ਲੰਗਾਹ ਜੀ ਦੀ ਜਿਹੜੀ ਹੈਗੀ ਸੀਗੀ ਗੋਤ, ਇਹ 9 ਲੱਖੀ ਪੱਟੀ ਦੀ ਇਹ ਜਾਇਦਾਦ 9 ਲੱਖੀ ਇਹ ਪੱਟੀ ਦੀ ਜਾਇਦਾਦ ਸੀ। ਔਰ ਇਹ ਜਿਹੜੇ 3 ਸੀਗੇ ਉੱਥੇ ਦੇ ਢਨਾਡ ਭਾਈ ਲੰਗਾਹ ਜੀ, ਇਹਨਾਂ ਦੀਆਂ 3 ਗੋਤਾਂ ਦਾ ਜ਼ਿਕਰ ਹੁੰਦਾ ਵਾ। ਭਾਈ ਲੰਗਾਹ ਜੀ ਜਿਹੜੇ ਸੀ ਇਹਨਾਂ ਦੀ ਇਹ ਜ਼ਮੀਨ ਜਾਇਦਾਦ ਜਿਹੜੀ ਇਹ ਭਾਈ ਲੰਗਾਹ ਜੀ ਦੇ ਕੋਲ ਕਹਿੰਦੇ ਵੀ ਇਹ ਜਿਹੜਾ ਤਰਨ ਤਾਰਨ ਦਾ ਜਿਹੜਾ ਸਰੋਵਰ ਹੈ ਜਾਂ ਜ਼ਮੀਨ ਹੈ ਇਹ ਭਾਈ ਲੰਗਾਹ ਜੀ ਦੀ ਪੱਟੀ ਵਾਲੇ ਦੀ ਸੀਗੀ। 6-7 ਕੋ ਉੱਥੋਂ ਹਟਾਉਣਾ ਪੱਟੀ, ਇਹ ਉੱਥੇ ਦੀ ਜੋ ਤਵਾਰੀਖ ਦੇ ਵਿੱਚ ਉੱਥੇ ਫਿਰ ਇਹ ਸਰੋਵਰ ਬਣਾਇਆ। ਇਹਦੀ ਜਿਹੜੀ ਲੰਬਾਈ ਆ ਨਾ ਸਾਰੀ ਅਤੇ ਚੜਾਈ ਇਸ ਸਰੋਵਰ ਦੀ ਬਹੁਤ ਵੱਡੀ ਹੈ। ਇਹ ਤਕਰੀਬਨ 210 ਗਜ ਜਿਹੜੀ ਇਹਦੀ ਚੜਾਈ ਹੈ ਅਤੇ 212 ਗਜ ਜਿਹੜੀ ਇਹਦੀ ਲੰਬਾਈ ਹੈ। ਇਹ ਤੁਸੀਂ ਲਾ ਲਓ ਇਹਦਾ ਬਹੁਤ ਗਜ ਜਿਹੜੇ ਗਜਾਂ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਹੁੰਦੇ, ਗਾੜੀ ਦੇ ਫੁੱਟ ਜਿਹੜੇ ਬਣਦੇ ਆ ਉਹ ਜ਼ਿਆਦਾ ਬਣ ਜਾਂਦੇ। ਮੀਟਰ ਵੀ ਆਪਾਂ ਗਜ ਵੀ ਕਹਿੰਦੇ, ਵੈਸੇ ਗਜਾਂ ਨਾਲ ਚੱਲਦਾ ਸੀ ਇਹ ਸਾਰਾ। ਹੁਣ ਉਹ ਹਿਸਾਬ ਦੇ ਨਾਲ ਜੇ ਆਪਾਂ ਲਾਈਏ ਹੁਣ ਫੁੱਟ ਜਿਹੜੇ ਉਹ ਤੁਸੀਂ ਲਾਇਆ ਹੋਊਗਾ, ਜਿਹੜੇ ਇਹਨੂੰ ਅੰਦਾਜ਼ਾ ਲਾਉਂਦੇ ਵੀ ਜਿਹੜੇ ਇੱਕ ਗਜ ਜਾਂ 1 ਮੀਟਰ ਦੇ ਵਿੱਚ ਕਿੰਨੇ ਫੁੱਟ ਹੁੰਦੇ ਆ, ਉਸ ਹਿਸਾਬ ਨਾਲ ਇਹਦੀ ਲੰਬਾਈ ਜਿਹੜੀ ਤੁਸੀਂ ਦੇਖੋਗੇ ਜਦੋਂ ਸਭ ਤੋਂ ਵੱਡਾ ਦੁਨੀਆ ਦੇ ਵਿੱਚ ਇਹ ਸਰੋਵਰ ਹੈ। ਅੱਜ ਤੱਕ ਕੋਈ ਸਰੋਵਰ ਹੋਰ ਨਹੀਂ ਬਣਿਆ ਅਤੇ ਨਾ ਬਣਿਆ। ਇੱਥੇ ਪਹਿਲਾਂ ਕੀ ਸੀਗੇ, ਇੱਥੇ ਜਦੋਂ ਇਹ ਮਹਾਂਮਾਰੀ ਚੱਲੀ ਨਾ, ਇਹ ਜਿਹੜੀ ਕੋਹੜ ਦੀ ਜਦੋਂ ਬਿਮਾਰੀ ਚੱਲੀ, ਮੇਰੇ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਦੇ ਦੁਆਲੇ ਨਾ ਉਹਨਾਂ ਨੇ ਪਹਿਲਾਂ ਝੌਂਪੜੀਆਂ ਬਣਾਈਆਂ 4 ਚੁਫੰਨੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਵੇਖਿਆ ਤਰਾਸਦੀ ਆਈ
ਤਰਾਲਸੀ ਨੂੰ ਮੁੱਖ ਰੱਖ ਕੇ ਜਦੋਂ ਘਰਾਂ ਦੇ ਵਿੱਚੋਂ ਕੱਢ ਦਿੰਦੇ ਸੀ, ਸੁੱਟ ਦਿੰਦੇ। ਕੰਮ ਤੇ ਹੁਣ ਵੀ ਉਸਾ ਹੀ ਹੋਇਆ ਵਾ, ਹੁਣ ਵੀ ਬੜੀ ਨਫ਼ਰਤ, ਬੜਾ ਕੁਛ ਹੋਣ ਡਿਆ ਇਸ ਵਕਤ। ਪਰ ਉਦੋਂ ਜ਼ਿਆਦਾ ਕਰਕੇ ਬਾਹਰ ਸੁੱਟ ਆਉਂਦੇ ਸੀ, ਬਾਹਰ ਉੱਥੇ ਕੋੜ ਜਿਹੜਾ ਜਿਹਨੂੰ ਕੋੜ ਹੋ ਜਾਂਦਾ ਤਾਂ ਜੇ ਲਹੂ ਪਾ ਕੇ ਬੋਝ ਤੇ ਘਰ ਦੇ ਵਿੱਚੋਂ ਹੀ ਸੁੱਟ ਦਿੰਦੇ ਸੀ ਬਾਹਰ। ਤੇ ਫਿਰ ਮੇਰੇ ਪਾਤਸ਼ਾਹ ਨੂੰ ਪਤਾ ਲੱਗਾ ਤੇ ਉਹਨਾਂ ਨੇ ਨਾ ਫਿਰ ਤੁਰੰਤ ਫਿਰ ਸਾਰੇ ਇਹ ਆਪਣਾ ਬੁਨਿਆਦੀ ਕਰ ਦਿੱਤੀ। ਦੇਸ਼ ਭਰ ਦੇ ਵਿੱਚੋਂ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਘੁਲਾ ਕੇ ਵੀ ਜਿੱਥੇ ਵੀ ਕੋਈ ਕੋੜੀ ਤੁਹਾਨੂੰ ਲੱਭਦਾ ਨਾ, ਜਿੱਥੇ ਜਿਹਦੇ ਉਹਨੂੰ ਇੱਥੇ ਲਿਆਓ। ਮੇਰੇ ਪਾਤਸ਼ਾਹ ਗੁਰੂ ਤੇ ਅਰਜਨ ਦੇਵ ਸੱਚੇ ਪਾਤਸ਼ਾਹ ਨੇ, ਤੁਸੀਂ ਤਵਾਰੀਖ ਇਤਿਹਾਸ ਪੜ੍ਹੋਗੇ, ਉਹਦੇ ਵਿੱਚ ਤੁਹਾਨੂੰ ਇਹ ਗੱਲ ਦਾ ਪ੍ਰੂਫ ਮਿਲ ਜਾਵੇਗਾ ਕਿ ਮੇਰੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਇੱਥੇ ਝੌਂਪੜੀਆਂ ਬਣਾਈਆਂ 4 ਛਪੰਨੇ। ਇਹ 210 ਗਜ ਤੇ 212 ਗਜ ਦਾ ਇਹ ਜਿਹੜਾ ਸਰੋਵਰ ਹੈ ਨਾ, ਇਹਦੇ ਦੁਆਲੇ ਮੇਰੇ ਪਾਤਸ਼ਾਹ ਜੀ ਨੇ ਇਹ ਖਾਸ ਕਰਕੇ ਕੋੜੀਆਂ ਦੇ ਕਰਕੇ ਇਸ ਨੂੰ ਬਣਾਇਆ। ਜਦੋਂ ਕੋੜ ਚੱਲਿਆ ਉਦੋਂ ਦੀ ਗੱਲ ਹੈ। ਉੱਥੇ ਫਿਰ ਇਹ ਕੀ ਕੀਤਾ ਵੀ ਇਹ ਜਦੋਂ ਉਹਨਾਂ ਨੇ ਬਣਾ ਦਿੱਤਾ, 4 ਛਪੰਨੇ ਕੁੱਲੀਆਂ ਬਣਾਤੀਆਂ, ਸਾਰੇ ਦੇਸ਼ ਭਰ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇੱਥੋਂ ਤੱਕ ਵੀ ਜਿਹੜੇ ਸਿੱਖ ਸੀ, ਜਿਹੜੇ ਸੇਵਾ ਕਰਨ, ਉਹਨੂੰ ਕਹਿੰਦੇ ਵੀ ਜੇ ਕਿਰਾਇਆ ਵੀ ਲੈ ਜਾਓ, ਉਹਨਾਂ ਨੂੰ ਜਿੱਥੇ ਵੀ ਤੁਹਾਨੂੰ ਕੋਈ ਦੇਖਦਾ ਨਾ ਉਹਨੂੰ ਇੱਥੇ ਲੈ ਆਓ ਚੁੱਕ ਕੇ। ਅਤੇ ਮੇਰੇ ਪਾਤਸ਼ਾਹ ਜੀ ਨੇ ਫਿਰ ਇੱਥੇ 4 ਛਪੰਨੇ ਝੌਂਪੜੀਆਂ ਬਣਾ ਕੇ, ਜਿਹਨੂੰ ਕੁੱਲੀਆਂ ਕਹਿੰਦੇ ਸੀ, ਉਦੋਂ ਇਹੋ ਚੱਲਦਾ ਸੀਗਾ, ਕਾਈ ਦੀਆਂ ਜਾਂ ਉੱਥੇ ਬਣਾ ਕੇ ਫਿਰ ਉਹਦੇ ਵਿੱਚ ਇਕੱਲੇ ਨੂੰ ਜਾਂ ਦੋ ਨੂੰ ਉੱਥੇ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਣਾ ਦਿੱਤੀਆਂ। ਆਪਣੇ ਹੱਥੀਂ ਉਹਨਾਂ ਦੀ ਸੇਵਾ ਕੀਤੀ। ਇਤਿਹਾਸ ਇਸ ਗੱਲ ਦਾ ਗਵਾਹ ਵਾ। ਇਹ 1590 ਦੀ ਗੱਲ ਹੈ, ਸੰਨ 1590 ਦੀ। ਅਤੇ ਮੇਰੇ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀ ਕੀਤਾ ਕਿ ਉਹ ਜਦੋਂ ਇੱਥੇ ਇਹ ਬਣਾ ਦਿੱਤਾ ਹੈ ਅਤੇ ਫਿਰ ਜਿਹੜੇ ਕੋੜੀ ਸੀ ਉਹਨਾਂ ਨੂੰ ਲਿਆ ਕੇ ਉਹਨਾਂ ਦੀਆਂ ਫਿਰ ਸਤਿਗੁਰੂ ਨੇ ਆਪਣੇ ਇੱਥੇ ਸੇਵਾ ਕੀਤੀ ਆ। ਇਹ ਜਿਹੜਾ ਸਰੋਵਰ ਆ ਨਾ, ਇਹ ਜਿਹੜਾ ਬਣਿਆ ਇੱਥੇ ਮੇਰੇ ਪਾਤਸ਼ਾਹ ਜੀ ਨੇ ਇਸ ਕਰਕੇ ਉਹ ਬਣਾ ਦਿੱਤਾ ਕਿ ਹੁਣ ਪਾਣੀ ਦਾ ਵੀ ਇਹੋ ਕੁਛ ਹੁੰਦਾ ਸੀ, ਬੋਲੀਆਂ ਹੁੰਦੀਆਂ ਸੀ, ਖੂਹ ਹੁੰਦੇ ਸੀ। ਮੇਰੇ ਪਾਤਸ਼ਾਹ ਨੇ ਖੁੱਲ੍ਹੇ ਪਾਣੀ ਦੇ ਵਿੱਚ ਹੀ ਕਿਹਾ ਵੀ ਚਲੋ ਇੱਥੇ 4 ਛਪੰਨੇ ਨਾਲੇ ਸਰੋਵਰ ਦੀ ਉਹਨਾਂ ਨੇ ਇਹਦੀ ਨੀਂਹ ਪੱਥਰ ਰੱਖਿਆ ਸੀ, ਸਰੋਵਰ ਬਣਾਇਆ ਸੀਗਾ। ਇਹ ਖਾਸ ਕਰਕੇ ਇਹ ਕੋੜੀਆਂ ਦੇ ਸਮੇਂ ਕੋੜੀਆਂ ਦੇ ਕੋੜ ਦੂਰ ਕਰਨ ਵਾਸਤੇ ਫਿਰ ਮੇਰੇ ਪਾਤਸ਼ਾਹ ਜੀ ਹੋਰ ਇਹਦੀ ਉਹਨਾਂ ਨੇ ਇਹਨੂੰ ਹੋਰ ਸਥਾਪਿਤ ਕੀਤਾ। ਫਿਰ ਉੱਥੇ ਕੀ ਕੀਤਾ ਕਿ ਜਦੋਂ ਜਿਹੜੀਆਂ ਕੁੱਲੀਆਂ ਬਣਾਤੀਆਂ, ਜਿਹੜੀ ਚੌਂਪੜੀਆਂ ਬਣਾਤੇ ਸੀ ਸਤਿਗੁਰੂ ਜੀ ਨੇ, ਪਾਤਸ਼ਾਹ ਜੀ ਨੇ ਫਿਰ ਆਪਣੀ ਹੱਥੀਂ ਕੋਈ ਸਿੱਖਾਂ ਨੂੰ ਨਾਲ ਲੈ ਕੇ ਆਪਣੇ ਹੱਥੀਂ ਉਹਨਾਂ ਦੀਆਂ ਜਦੋਂ ਜ਼ਖਮ ਜਿਹੜੇ ਸੀ ਉਹ ਸਾਫ਼ ਕੀਤੇ ਆਪਣੇ ਹੱਥੀਂ। ਇੱਥੋਂ ਤੱਕ ਹਾਲਤ ਮਾੜੀ ਹੋ ਗਈ। ਹੁਣ ਤਾਂ ਆਪਾਂ ਜੇ ਅਜੇ ਐਡੀ ਕੋਈ ਖਾਸ ਗੱਲ ਨਹੀਂ, ਤੇ ਆਪਾਂ ਕੰਬਦੇ ਫਿਰਦੇ ਹਾਂ। ਕਹਿੰਦੇ ਕਿ ਇਤਿਹਾਸ ਲਿਖਦਾ ਹੈ ਕਿ ਕਈਆਂ ਦੇ ਹੱਥ ਝੜ ਗਏ, ਕਈਆਂ ਦੇ ਪੈਰ ਝੜ ਗਏ। ਇੰਨੀ ਮੰਦੀ ਹਾਲਤ ਹੋ ਗਈ ਕੋੜ ਦੇ ਨਾਲ ਕਿ ਹੱਥ ਪੈਰ ਵੀ। ਮੇਰੇ ਪਾਤਸ਼ਾਹ ਜੀ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਹੱਥੀਂ ਕੋੜੀਆਂ ਦੀ ਸੇਵਾ ਕੀਤੀ, ਉਹਨਾਂ ਨੂੰ ਨਿਭਾਲਿਆ ਧਿਆਲਿਆ। ਉਹਨਾਂ ਨੂੰ ਇੱਥੋਂ ਤੱਕ ਲਿਖਿਆ ਇਤਿਹਾਸ ਦੇ ਵਿੱਚ ਕਿ ਮੇਰੇ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਉਹਨਾਂ ਕੋੜੀਆਂ ਨੂੰ, ਜਿਨ੍ਹਾਂ ਦੇ ਹੱਥ ਝੜ ਗਏ ਸੀ, ਉਹਨਾਂ ਨੂੰ ਆਪਣੇ ਹੱਥੀਂ ਪ੍ਰਸ਼ਾਦਾ ਲੰਗਰ ਛਕਾਇਆ। ਫਿਰ ਇੱਥੇ ਕਹਿੰਦੇ ਫਿਰ ਇਹ ਜਿਵੇਂ ਅਫਕਾਰ ਕੀ ਥਵੇ ਦਵਾਈ ਦਾਰੂ ਕੀਤਾ ਜਿੰਨਾ ਕੁ ਉਹਨਾਂ ਕੋਲ ਹੈਗਾ ਸੀਗਾ। ਇੱਕ ਵਾਰ ਕਹਿੰਦੇ ਇੱਕ ਜੋਗੀ ਆਇਆ, ਬਹੁਤ ਹੀ ਯੋਗ ਸਾਧਨ ਵਾਲਾ ਜੋਗੀ, ਬੜਾ ਕਰਤਵੀ ਸੀਗਾ ਔਰ ਚੰਗਾ ਕੋਈ ਇਹੋ ਜਿਹਾ ਮਤਲਬ ਜੋਗੀ ਸੀਗਾ ਕਿ ਉਹਦੇ ਕੋਲ ਰਸਾਇਣ ਸੀਗੀ, ਉਹਦੇ ਕੋਲ ਉਹਨੇ ਪ੍ਰਾਪਤ ਕੀਤੀ ਸੀ ਕਿਤੇ ਜੰਗਲਾਂ ਬੇਲਿਆਂ ਦੇ ਵਿੱਚ। ਉਹ ਰਸਾਇਣ ਇਹੋ ਜਿਹੀ ਸੀ ਕਿ ਉਹ ਕਹਿੰਦੇ ਕਿ ਬਾਲਟੀ ਦੇ ਵਿੱਚ ਘੋਲ ਕੇ ਨਾ, ਡੱਬੇ ਜਾਂ ਬਾਲਟੀ ਘੋਲ ਪਾਣੀ ਪਾ ਕੇ, ਅਤੇ ਜਦੋਂ ਇੱਕ ਉਹਦੇ ਤੀਲੇ ਰੋਤੇ ਪਾ ਕੇ ਉਹਨੂੰ ਵਿੱਚ ਪਾ ਦਿੰਦੇ ਸੀ ਨਾ ਉਸ ਰਸਾਇਣ ਨੂੰ, ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੋਨੇ ਦੀਆਂ ਬਣ ਜਾਂਦੀਆਂ। ਜਿਹੜੀ ਉਹਦੇ ਵਿੱਚ ਜਦੋਂ ਪਾ ਦਿੰਦੇ ਤਾਂ ਉਹ ਸਾਰੀ ਸੋਨੇ ਦੀ ਬਣ ਜਾਂਦੀ। ਜਦੋਂ ਭੇਂਦੇ ਨਾ ਉਹ ਪਾਣੀ ਦੇ ਨਾਲ, ਉਹ ਸਾਰੀ ਸੋਨੇ ਦੀ। ਮੇਰੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਇਹ ਸੇਵਾ ਕਰਦੇ, ਉਹ ਜੋਗੀ ਨੂੰ ਪਤਾ ਲੱਗਾ ਵੀ ਇਹ ਤਾਂ ਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਆ। ਮੇਰੇ ਉਹ ਰਸਾਇਣ ਸੀ, ਉਹ ਦਵਾਈ ਵੀ ਸੀ ਹੈਗੀ ਸੀਗੀ, ਉਹ ਬਹੁਤ ਹੀ ਅਮੋਲਕ ਦਵਾਈ ਸੀ। ਉਹਨਾਂ ਨੇ ਆਏ ਤੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ। ਉਹ ਜੋਗੀ ਨੇ, ਯੋਗ ਸਾਡਾ ਸੱਚਾ ਜੋਗੀ ਸੀਗਾ। ਜੋਗੀ ਤਾਂ ਹੁਣ ਵੀ ਆ ਗਿਆ, ਪਰ ਉਹ ਸੱਚਾ ਜਿਹਨੇ ਯੋਗ ਸਾਧਨਾ ਦੇ ਦੁਆਰਾ ਉਹ ਜਿਹੜੀ ਰਸਾਇਣ ਕੀਤੀ ਸੀਗੀ ਪ੍ਰਾਪਤ, ਉਹਨੇ ਉਹ ਰਸਾਇਣ ਲਿਆਂਦੀ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਵੇਖਿਆ ਵੀ ਆਪਣੇ ਹੱਥੀਂ ਸੇਵਾ ਕਰਦੇ ਆ,
ਕੁਝ ਦਿਨ ਉਹ ਜੋਗੀ ਇੱਥੇ ਰਿਹਾ, ਜਦੋਂ ਵੇਖਿਆ ਵੀ ਆਪਣੇ ਹੱਥੀਂ ਸੇਵਾ ਕਰਦੇ, ਵੇਖੋ ਇਹ ਕੋੜ ਉਹਨਾਂ ਦੇ ਜਿਹੜੇ ਕੋੜੀ ਉਹਨਾਂ ਨੂੰ ਧੋਂਦੇ ਆ, ਉਹਨਾਂ ਨੂੰ ਸਾਫ਼ ਕਰਦੇ ਜ਼ਖਮਾਂ ਨੂੰ, ਫਿਰ ਜ਼ਖਮਾਂ ਨੂੰ ਜਾਪ ਸਾਫ਼ ਕਰਕੇ ਫਿਰ ਉਹਨਾਂ ਨੂੰ ਉਹ ਕਰਦੇ ਕਿ ਉਹਨਾਂ ਨੂੰ ਪ੍ਰਸ਼ਾਦਾ ਵੀ ਛਕਾਉਂਦੇ, ਉਹਨਾਂ ਦੇ ਲੀੜੇ ਕੱਪੜੇ ਧੋਂਦੇ, ਸਾਰਾ ਕੁਝ ਆਪ ਆਪਣੀ ਸੀ। ਮੇਰੇ ਪਾਤਸ਼ਾਹ ਜੀ ਦੀ ਇਹ ਨਿਪੁੰਨ ਸੇਵਾ ਵੇਖ ਕੇ ਨਾ ਜੋਗੀ ਦੇ ਮਨ ਦੇ ਵਿੱਚ ਬੜੀ ਇੱਕ ਹਿਸਾਬ ਨਾਲ ਉਹਦੇ ਉਤਪਤੀ ਹੋਈ ਕਿ ਇਹ ਆਪਣੇ ਹੱਥੀਂ ਸੇਵਾ ਕਰਨ ਦੇ ਗੁਰੂ ਨਾਨਕ ਦੇ ਘਰ ਦੇ ਜਿਹੜੇ ਬਾਣੀ ਜਿਹੜੇ ਐਸ ਗੁਰਗੱਦੀ ਦੇ ਉੱਤੇ ਵਿਰਾਜਮਾਨ ਹੈ। ਅਤੇ ਉਹ ਕਹਿੰਦੇ ਕਿ ਵੀ ਉਹਨੇ ਨਾ ਜੋਗੀ ਨੇ ਕਿਹਾ ਵੀ ਮਹਾਰਾਜ ਤਾਂ ਕਰੋ, ਅਤੇ ਮੈਂ ਕੋਈ ਸੇਵਾ ਕਰਨੀ ਚਾਹੁੰਦਾ, ਮੇਰੇ ਕੋਲ ਇੱਕ ਰਸਾਇਣ ਹੈ, ਉਹ ਰਸਾਇਣ ਜਿਹੜੀ ਆ ਇੰਨੀ ਤੇਜ਼ ਆ ਕਿ ਪਾਣੀ ਦੇ ਵਿੱਚ ਪਾ ਕੇ ਨਾ ਇੱਕ ਬਾਲਟੀ ਪਾਣੀ ਲੈ ਲਓ, ਉਹਦੇ ਵਿੱਚ ਇੱਕ ਤੀਲੇ ਦੇ ਨਾਲ ਉੱਤੇ ਲਾ ਕੇ ਅਤੇ ਉਹ ਸਾਰਾ ਹੀ ਜਿਹੜੀ ਚੀਜ਼ ਤੋਂ ਪਾ ਕੇ ਲੋਹਾ ਲਾ ਜੇ ਸਾਰਾ ਸੋਨੇ ਦਾ ਬਣ ਜਾਵੇਗਾ। ਅਤੇ ਇਹ ਇੱਥੋਂ ਤੱਕ ਵੀ ਇਹ ਰਸਾਇਣ ਹੈ ਕਿ ਸਰੀਰ ਨੂੰ ਵੀ ਕਾਇਆ ਜਿਹੜੀ ਕੰਚਨ ਕਰ ਦਿੰਦੀ ਆ। ਅਤੇ ਮਹਾਰਾਜ ਕਹਿੰਦੇ ਫਿਰ ਕੀ ਕਰੀ, ਕਹਿੰਦੇ ਵੀ ਆਹ ਜਿਹੜੇ ਇੰਨਾ ਕੁ ਤੁਸੀਂ ਏਡਾ ਬਕਾਰ ਕਰਦੇ, ਆਹ ਜਿਹੜੀ ਰਸਾਇਣ ਮੇਰੇ ਕੋਲ ਲੈ ਲਓ, ਇਹ ਤੁਸੀਂ ਕੀ ਇੱਦਾਂ ਕਰੋ ਕਿ ਇਹ ਜਿਹੜੇ ਕੁੜੀ ਇਹਨਾਂ ਨੂੰ ਇਹ ਦਵਾਈ ਜਿਹੜੀ ਵਰਤੋਗੇ, ਮੇਰੇ ਖਿਆਲ ਵੀ ਸਾਰਾ ਇਹ ਠੀਕ ਹੋ ਜਾਣਗੇ। ਉਹਨਾਂ ਨੇ ਥੋੜ੍ਹਾ ਤਜਰਬਾ ਕੀਤਾ, ਥੋੜ੍ਹਾ ਜਿਵੇਂ ਤੋਂ ਜਿਹੜੇ ਕੋੜੀ ਸੀ ਉਹਨਾਂ ਦਾ ਕਈਆਂ ਦਾ ਕੋੜ ਜਿਹੜਾ ਦੂਰ, ਮੇਰੇ ਪਾਤਸ਼ਾਹ ਜੀ ਨੇ ਜੋ ਤਜਰਬਾ ਕੀਤਾ, ਉਹਨੇ ਬਾਲਟੀ ਵਿੱਚ ਪਾ ਕੇ ਦਿੱਤੀ। ਉਹ ਪਹਿਲੇ ਦਿਨ ਕੀਤੀ, ਉਹ ਜਿਹੜੇ ਲਹੂ ਪਾ ਵਗਦੀ ਸੀ ਨਾ, ਉਹ ਜਿਹੜੀ ਬੰਦ ਹੋ ਗਈ 1-2 ਦਿਨਾਂ ਦੇ ਵਿੱਚ ਹੀ। ਮੇਰੇ ਪਾਤਸ਼ਾਹ ਜੀ ਨੇ ਕਿਹਾ ਵੀ ਕੋੜੀ ਕਹਿੰਦੇ ਬਹੁਤ ਸੀਗੇ, ਬਹੁਤ ਗਿਣਤੀ ਹੁਣ ਤੁਸੀਂ ਲਾ ਲਓ ਵੀ 210 ਅਤੇ 212 400 ਅਤੇ ਇਹ ਤਕਰੀਬਨ 22 ਗਜ ਆ 4 ਸਪੰਨੇ ਦਾ। ਅਤੇ ਹੁਣ ਇਹਦਾ ਜੇ ਫੁੱਟਾਂ ਦੇ ਨਾਲ ਤਾਂ ਫੁੱਟ ਦੇ ਬਹੁਤ ਬਣਦੇ ਇੰਨੇ। ਇਹ ਕਈ ਦੇ ਹੁਣ ਮੈਂ ਇਹਦਾ ਕਈਆਂ ਨੇ ਦੱਸਿਆ, ਇਹਦਾ ਪਤਾ ਕੀਤਾ ਹੈ ਕਿ ਇਹ ਸਰੋਵਰ ਜਿਹੜਾ ਵਾ ਇਹ 4 ਕਿਲੋਮੀਟਰ ਬਣਦਾ ਵਾ, ਇਹਦਾ 4 ਸਪੰਨ ਬੰਦਾ ਕਰਮਾ ਨਹੀਂ ਕਰ ਸਕਦਾ। ਔਰ ਇਹ 40 ਕਿੱਲੇ ਦਾ ਕੁਦਰ ਵਕਵਾ ਵਾ, ਅਤੇ 25 ਕਿੱਲੇ ਦੇ ਵਿੱਚ ਇਹ ਸਰੋਵਰ ਆ, 25 ਕਿੱਲੇ ਆਉਂਦੇ ਆ ਉਹਦੇ ਵਿੱਚ ਜਿਹੜੇ। ਅਤੇ ਉਹ ਤੁਸੀਂ ਦੇਖੋ ਕਿ ਬੰਦਾ ਜਿਹੜਾ ਹੌਲੀ ਹੌਲੀ ਉੱਥੇ ਮਸਾਂ ਹੀ ਉਹਦੀਆਂ ਬਕਰਮਾਂ ਕਰਦਾ। ਹੁਣ 4 ਸਪੰਨੇ ਕੁੱਲੀਆਂ ਬਣਾਈਆਂ ਸੀਗੀਆਂ, ਹੁਣ ਕਿੰਨੇ ਕੁ ਕੋੜੀ ਆਏ ਹੋਣਗੇ ਉੱਥੇ, ਇਹ ਤੁਸੀਂ ਲਾ ਲਓ ਅੰਦਾਜ਼ਾ ਵੀ ਕਿੰਨੇ ਕੁ ਕੋੜੀ ਹੋਣਗੇ। 4 ਸਪੰਨੇ ਨਾਲ ਛੰਨਾ ਬਣਾ ਕੇ ਦਿੱਤੀਆਂ ਸੀ। ਮੇਰੇ ਪਾਤਸ਼ਾਹ ਜੀ ਕਹਿਣ ਲੱਗੇ ਚਲੋ ਜੋਗੀ ਜੀ, ਪਹਿਲੀ ਤਾਂ ਉਹਨਾਂ ਨੇ ਕਿਹਾ ਵੀ ਰਹਿਣ ਦੇ ਉੱਪਰ, ਉਹ ਕਹਿੰਦੇ ਨਹੀਂ ਮਹਾਰਾਜ ਮੇਰੀ ਸੇਵਾ ਇੰਨੀ ਕੁ ਪਾ ਲਓ, ਹੋਰ ਤਾਂ ਮੈਂ ਕੋਈ ਦੇ ਨਹੀਂ ਸਕਦਾ। ਆਹ ਰਸਾਇਣ ਜਿਹੜੀ ਮੇਰੇ ਪਾਤਸ਼ਾਹ ਨੇ ਪੁੜੀ ਲੈ ਕੇ ਨਾ ਜਿਹੜੀ ਮਹਾਰਾਜ ਕਹਿੰਦੇ, ਪਹਿਲਾਂ ਉਹਨਾਂ ਕਿਹਾ ਵੀ ਲੈ ਲੈ ਤੂੰ ਤੇਰੇ ਕੰਮ, ਉਹ ਕਹਿੰਦੇ ਕੋਈ ਗੱਲ ਨਹੀਂ ਮੇਰੀ ਸੇਵਾ ਭਾਈ ਜੇ ਤੁਸੀਂ ਇਹਨਾਂ ਪ੍ਰਕਾਰ ਕਰਦੇ ਤਾਂ ਮੈਂ ਮੇਰੀ ਸੇਵਾ ਲੈ ਲਓ। ਮਹਾਰਾਜ ਨੇ ਨਾ ਉਹ ਜਿਹੜੀ ਪੁੜੀ ਨਾ ਸਰੋਵਰ ਦੇ ਵਿੱਚ ਸੁੱਟਤੀ, ਅਤੇ ਉਹ ਸਾਰਾ ਜਿਹੜਾ ਜਲ ਨਿਰਮਲ ਹੋ ਗਿਆ। ਕਹਿੰਦੇ ਪਹਿਲਾਂ ਇਹਦੇ ਵਿੱਚ ਥੋੜ੍ਹੇ ਕੁ ਕਿਰਮ ਵੀ ਚੱਲੇ ਸੀਗੇ, ਜਦੋਂ ਕੁੜੀਆਂ ਨੂੰ ਜਦੋਂ ਉੱਥੇ ਨਿਭਾਲਿਆ ਤਾਂ ਉਹਦੇ ਕਿਰਮ ਵੀ ਚੱਲੇ ਸੀ। ਮੇਰੇ ਪਾਤਸ਼ਾਹ ਨੇ ਜਦੋਂ ਉਹਨੂੰ ਵਿੱਚ ਉਹ ਪੁੜੀ ਸੁੱਟੀ, ਉਹ ਸਾਰਾ ਹੀ ਸੁੱਟ ਦੇ ਨਿਰਮਲ ਹੋ ਗਿਆ ਜਲ। ਅਤੇ ਕਹਿੰਦੇ ਫਿਰ ਥੋੜ੍ਹੇ ਦਿਨਾਂ ਦੇ ਵਿੱਚ ਜਿਹੜਾ ਸਰੋਵਰ ਦਾ ਜਿਹੜਾ ਪਾਣੀ ਸੀ ਨਾ, ਜਿਹੜਾ ਜਲ ਸੀਗਾ ਇੰਨਾ ਪਵਿੱਤਰ ਹੋ ਗਿਆ ਕਿ ਜਿੰਨੇ ਵੀ ਕੋੜੀ ਉਹਨਾਂ ਨੂੰ ਇਸ਼ਨਾਨ, ਉਹ ਸਾਰੇ ਹੀ ਥੋੜ੍ਹੇ ਸਮੇਂ ਦੇ ਵਿੱਚ ਹੀ ਉਹ ਠੀਕ ਹੋ ਗਏ, ਸਾਰਿਆਂ ਦੇ ਕੋਲ ਦੂਰ ਹੋ ਗਏ ਸਾਰੇ। ਬਿਲਕੁਲ ਇੱਕ ਆਮ ਤੁਸੀਂ ਤਵਾਰੀਖ ਪੜ੍ਹੋਗੇ ਜਾਂ ਤੁਹਾਨੂੰ ਇਹ ਗੱਲ ਦਾ ਪ੍ਰੂਫ ਕਿਤੇ ਤੁਸੀਂ ਲੈਣਾ ਹੋਵੇ, ਇਹ ਕੋੜੀਆਂ ਦਾ ਵਾਸਤੇ ਖਾਸ ਕਰਕੇ ਮੇਰੇ ਪਾਤਸ਼ਾਹ ਨੇ ਸੰਨ 1590 ਦੇ ਵਿੱਚ ਸਰੋਵਰ ਦੀ ਉਤਪਾਦੀ ਕੀਤੀ। ਅੱਜ ਵੀ ਉੱਥੇ ਕੋੜ ਦੂਰ ਹੁੰਦਾ ਵਾ, ਤੁਸੀਂ ਕਿਤੇ ਦੇਖ ਲਿਓ ਤਜਰਬਾ ਕਰਕੇ, ਅੱਜ ਵੀ ਉੱਥੇ ਕੋੜ ਦੇ ਦੁੱਖ ਦੂਰ ਹੁੰਦੇ ਆ। ਕਈ ਐਸੀਆਂ ਅਲਾਮਤਾਂ ਜਿਹੜੀਆਂ ਵਾ ਪਿਆਰੋ, ਇੱਕ ਬੜੀ ਤਗੜੀ ਇੱਕ ਅਲਾਮਤ ਆ ਜਿਹੜੀ ਆ ਜਿਹਨੂੰ ਕਹਿੰਦੇ ਆ ਜਦੋਂ ਹੋ ਜਾਂਦਾ ਨਾ ਕਿ ਇਹਨੂੰ ਆ ਜਿਹੜੀ ਇਹਨੂੰ ਕਹਿੰਦੇ ਆ ਜਿਹੜੀ ਕਈਆਂ ਨੂੰ ਹੋ ਜਾਂਦਾ ਵਾ, ਗਰਮੀ ਹੋ ਜਾਂਦੀ ਆ ਜਿਹਨਾਂ ਨੂੰ, ਪੀੜੀਆ ਜਿਹੜਾ ਵਾ, ਇਹ ਪੀੜੀਆ ਵੀ ਉੱਥੋਂ ਠੀਕ ਹੋ ਜਾਂਦਾ ਵਾ। ਇਹ ਸਰੋਵਰ ਦੇ ਵਿੱਚ ਉਹ ਇਸ਼ਨਾਨ ਕਰਨ ਨੇ, ਇੱਕ ਉੱਥੇ ਫੋਟੋਗ੍ਰਾਫ ਦੇ ਕੋਲ ਕੁੜੀ ਉਹ ਵੀ ਲਓ, ਅਤੇ ਵੈਸੇ ਦਾ ਬਹਾਨਾ ਹੀ ਆ। ਉਹ ਪਹਿਲਾਂ ਕਹਿੰਦਾ ਕਿ ਇਹਦਾ ਇਸ਼ਨਾਨ ਕਰਕੇ ਆਓ, ਇਸ਼ਨਾਨ ਉੱਥੇ ਕਰਾਉਂਦਾ। ਉਹ ਇਸ਼ਨਾਨ ਦੇ ਨਾਲ ਅੱਜ ਵੀ ਕਈਆਂ ਦੇ ਪੀੜੀਏ ਜਿਹੜੇ ਆ ਨਾ, ਬਹੁਤ ਜਿਹੜੇ 100% ਪੀੜੀਆ ਉਹ ਵੀ ਉੱਥੇ ਠੀਕ ਹੋ, 3 ਦਿਨ ਉਹਦੀ ਦਵਾਈ ਲੈਂਦੇ ਆ ਅਤੇ ਉਹ ਇਸ਼ਨਾਨ ਕਰਾਉਂਦੇ ਉੱਥੇ। ਇਹ ਰਸਾਇਣ ਜਿਹੜੀ ਅਜੇ ਵੀ ਉਹਦਾ ਅਸਰ ਹੈਗਾ, ਅੱਜ ਵੀ ਹੈਗਾ ਰਸਾਇਣ ਇਹ ਇਸ ਸਰੋਵਰ ਦੇ ਵਿੱਚ। ਉਹ ਰਸਾਇਣ ਜਦੋਂ ਪਾਤੀ ਸਾਰਾ ਨਿਰਮਲ ਜਲ ਹੋ ਗਿਆ, ਅਤੇ ਉਹ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਵੇਂ ਜਿਵੇਂ ਉਹਨਾਂ ਨੂੰ ਇਸ਼ਨਾਨ ਕਰਾਤਾ, ਫਿਰ ਆਪ ਹੀ ਉਹ ਜਦੋਂ ਇਸ਼ਨਾਨ ਕਰ ਰਿਹਾ ਵੀ ਜਿਹੜਾ ਜਿੱਦਾਂ ਉਹ ਕਾਂਗੋ ਹੰਸ ਕਰੇ ਉੱਥੇ ਦਾ ਹੋਇਆ ਸੀ ਨਾ ਅੰਮ੍ਰਿਤਸਰ ਸਾਹਿਬ ਜੀ ਦਾ, ਬੀਬੀ ਰਜਨੀ ਨੇ ਜਿਹੜਾ ਕੋੜੀ ਨੂੰ ਜਿਹੜਾ ਉੱਥੇ ਸਰੋਵਰ ਦੇ ਵਿੱਚ ਇਸ਼ਨਾਨ ਕਰਾ ਕੇ ਅਤੇ
ਕੰਚਨ ਕੀਤਾ ਸੀਗਾ, ਸੋਨਾ ਉਹਦਾ ਸਰੀਰ ਜਿਹੜਾ ਕੰਚਨ ਵਾਂਗੂ ਕਰ। ਇਸੇ ਤਰ੍ਹਾਂ ਇੱਥੇ ਵੀ ਹੋਇਆ, ਸਾਰੇ ਕੋੜੇ ਠੀਕ ਹੋਏ, ਬੜੇ ਸੁਖੀ ਸਾਰਿਆਂ ਦੇ। ਫਿਰ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਸਾਰਿਆਂ ਨੂੰ ਠੀਕ ਕਰਕੇ ਫਿਰ ਘਰੋਂ ਘਰੀ ਪਹੁੰਚਾਇਆ। ਕਹਿਣ ਤੋਂ ਭਾਵ ਇਹ ਮਹਾਂਮਾਰੀ ਜਿਹੜੀ, ਇਹਦੇ ਮੈਂ ਇਸ ਕਰਕੇ ਬੇਨਤੀ ਕੀਤੀ ਵੀ ਤੁਸੀਂ ਘਬਰਾਉਂਦੇ ਜੇ, ਬੜੀਆਂ ਨਫ਼ਰਤਾਂ ਹੋ ਰਹੀਆਂ, ਇਹ ਵੀ ਕੁਦਰਤ ਵੱਲੋਂ ਹੀ ਹੈ। ਮੇਰੇ ਪਾਤਸ਼ਾਹ ਜੀ ਨੇ ਉਸ ਵਕਤ ਇਹ ਜਿਹੜੀ ਅਲਾਮਤ ਸੀਗੀ ਮਹਾਂਮਾਰੀ, ਇੱਕ ਵਾਰ ਉਦੋਂ ਇਹ ਆਈ, ਉਸ ਤੋਂ ਬਾਅਦ ਫਿਰ ਇੱਕ ਇਹ ਵਾਰ ਆਈ। ਇਹ ਕਦੋਂ ਆਈ? ਜਦੋਂ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਿੱਲੀ ਦੇ ਵਿੱਚ ਦੂਸਰੀ ਵਾਰ, ਉਦੋਂ ਇਹ ਅਲਾਮਤ ਆਈ ਸੀਗੀ। ਇਹ ਵਾਇਰਸ ਜਿਹੜੀ ਸੀਗੀ, ਇਹ ਸੂਤ ਦੀ ਬਿਮਾਰੀ, ਉੱਥੇ ਚੇਚਕ ਦੇ ਰੋਗ ਦੇ ਰੂਪ ਵਿੱਚ ਆਈ ਸੀ। ਅਤੇ ਪਿਆਰੋ ਇਹੋ ਜਿਹੀ ਹਾਲਤ ਹੁੰਦੀ ਸੀ ਵੀ ਇੰਨੀ ਇਹਦੀ ਦਸ਼ਾ ਮਾੜੀ ਕਰਦੀ ਵੀ ਇੰਨਾ ਇਹ ਤੜਫਾਉਂਦੀ ਵੀ ਹਿਸਾਬ ਕੋਈ ਨਹੀਂ। ਇੰਨਾ ਹੁਣ ਵੀ ਉਹ ਥੋੜ੍ਹਾ ਗੱਲ ਉਹੀ ਹੈ, ਥੋੜ੍ਹੀ ਹੁਣ ਵੀ ਉਸੇ ਤਰ੍ਹਾਂ ਹੀ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ, ਪਰ ਥੋੜ੍ਹੀ ਕੁ ਹੁਣ ਇਹ ਆ ਵੀ ਸੂਤ ਦੀ ਬਿਮਾਰੀ ਉਦੋਂ ਵੀ ਚੱਲੀ ਸੀ, ਇਹੋ ਸੀ, ਬਹੁਤ ਖਾਤਮਾ ਹੋਇਆ ਉਦੋਂ ਵੀ ਚੇਚਕ। ਮੇਰੇ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ 8ਵੇਂ ਪਾਤਸ਼ਾਹ ਨੇ ਇਹ ਆਪਣੀ ਤਨ ਦੇ ਉੱਤੇ ਲੈ ਸੀ, ਦਿੱਲੀ ਦੇ ਵਿੱਚ ਚੱਲੀ ਸੀ, ਦਿੱਲੀ ਦਾ ਮੋੜ ਸੀਗਾ। ਵੈਸੇ ਇੰਨਾ ਕੁ ਸੁਣਿਆ ਵਾ ਕਿ ਇਹ ਸਿਰਫ ਇੱਥੇ ਸੀ, ਬਹੁਤੀ ਦੂਰ ਤੱਕ ਨਹੀਂ ਸੀਗੀ ਹੈਗੀ, ਪਰ ਆਹ ਜਿਹੜੀ ਇਹਨੇ ਤੇ ਕਮਾਲ ਕਰ ਦਿੱਤੀ ਆ। ਇਸ ਜਿਹੜਾ ਇਹ ਮਹਾਂਮਾਰੀ, ਇਹ ਤਾਂ ਸਾਰੀ ਸੰਸਾਰ ਦੇ ਵਿੱਚ ਹੀ ਚੱਲ ਗਈ ਆ, ਕੁੱਲ ਦੁਨੀਆ ਦੇ ਉੱਤੇ। ਔਰ ਇਹੋ ਜਿਹੀ ਨਾਮਰਾਦ ਬਿਮਾਰੀ ਇਹ ਹੈਗੀ ਆ ਵੀ ਹਿਸਾਬ ਹੀ ਕੋਈ ਨਹੀਂ, ਹੱਥ ਲੱਗਣ 'ਤੇ ਵੀ ਪਤਾ ਨਹੀਂ ਲੱਗਦਾ ਕਿਸੇ ਨੂੰ। ਇਹ ਫਿਰ ਜਿੱਦਾਂ ਉਹ ਕਹਿੰਦੇ ਵੀ ਇੱਕ ਨੂੰ ਹੋਈ ਤਾਂ ਪਤਾ ਨਹੀਂ ਕਿੰਨਿਆਂ ਨੂੰ ਹੋਈ, ਪਤਾ ਨਹੀਂ ਲੱਗਦਾ। ਲਾਈਨ 'ਚ ਤਾਂ ਡੱਬੇ ਉਹ ਲੱਗਦੇ ਨੇ ਗੱਡੀ ਦੇ, ਆਪਣੇ ਆਪ ਹੀ ਜੁੜਦੇ ਜਾਂਦੇ ਆ। ਕਹਿਣ ਤੋਂ ਭਾਵ ਅਲਾਮਤ ਹੈਗੀ ਵੀ ਬੜੀ ਵੱਡੀ। ਪਰ ਮੈਨੂੰ ਇੱਕ ਗੱਲ ਦੀ ਹੈਰਾਨਗੀ ਬੜੀ ਹੈ, ਮੈਂ ਨਾ ਬੜਾ ਇਸ ਗੱਲ ਨੂੰ ਸੋਚ ਰਿਹਾ। ਚਲੋ ਹੈ ਤੇ ਪਰਮੇਸ਼ਰ ਦੀ ਹੈ, ਜਿਹਨੇ ਜੇ ਉਹ ਬਣਾਈ ਆ, ਜੇ ਕਿਸੇ ਨੇ ਜਿੱਦਾਂ ਚੀਨ ਦਾ ਨਾਂ ਲੱਗਦਾ ਹੈ ਤਾਂ ਕੁਦਰਤ ਦੇ ਰੰਗ ਹੈ। ਕੁਦਰਤ ਨੇ ਕੋਈ ਉਹਨਾਂ ਨੂੰ ਦਿਮਾਗ ਦਿੱਤਾ ਤਾਂ ਹੀ ਬਣੀ ਨਾ, ਕੁਦਰਤ ਦੇ ਆ ਨਾ ਕਿਸਮੇ ਸਾਰੇ। ਚਲੋ ਹਟ ਜਾਣੀ ਆ, ਪਰ ਆਪਾਂ ਲੋਕ ਸਾਡੇ ਅੱਜ ਹੀ ਮੈਂ ਦੇਖਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਗੱਲ ਤੋਂ ਹੁਣ ਵਰਜਿਤ ਕੀਤਾ ਨਾ, ਅਸਲੀ ਜਿਹੜੀ ਗੱਲ ਹੈ ਇਹ ਕਹਿੰਦੇ ਵੀ ਜਦੋਂ ਵੀ ਇਹ ਸਦੀ ਬਾਅਦ 20 ਆਉਂਦੀ ਹੈ ਨਾ, ਇਸੇ ਤਰ੍ਹਾਂ ਹੀ ਸਦੀ ਦੀ 20 ਉਦੋਂ ਇਹ ਹੁੰਦੀ ਹੈ, ਇਸੇ ਤਰ੍ਹਾਂ ਹੁੰਦੀ ਹੈ। ਹੁਣ ਆਪਾਂ ਕਰਦੇ ਫਿਰਦੇ ਆ, ਬਹੁਤ ਕੁਛ ਯਤਨ ਕਰਦੇ ਫਿਰਦੇ ਆ, ਬੜੇ ਭੱਜੇ ਦੌੜੇ ਫਿਰਦੇ ਆ। ਹੁਣ ਕੋਈ ਕੋਹ ਕਹਿੰਦਾ, ਕੋਈ ਕੋਹ ਕਹਿੰਦਾ। ਅਸਲੀ ਹੈ ਤਾਂ ਇਹ ਲਿਖਤੀ ਹੈ, ਪੁਰਾਣੀ ਹੈ, ਇਹ ਸਮੇਂ ਦੇ ਮੁਤਾਬਕ ਆਈ। ਇਹ ਐਰਕਾ ਦੀ ਮਹਾਂਮਾਰੀ ਜਿਹੜੀ ਹੈ ਕਰੋਨਾ, ਇਲਾਜ ਵੀ ਹੈਗਾ, ਚਲੋ ਇਹਦਾ ਹੋਇਆ ਵੀ ਆ, ਹੋ ਵੀ ਡਿਆ ਵਾ। ਤਕਨੀਕੀ ਵੀ ਬਹੁਤ ਆ, ਤਕਨੀਕ ਬਹੁਤ ਆ। ਉਦੋਂ ਨਹੀਂ ਸਹੀ ਨਹੀਂ ਤਕਨੀਕ ਆ, ਕਿ ਉਦੋਂ ਤਾਂ ਮੇਰੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਕਨੀਕ ਆਪਣੀ ਵਰਤੀ, ਨਾਮ ਦੀ ਸਿਮਰਨ ਦੀ, ਅਤੇ ਉਹ ਕਰ ਦਿੱਤੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਵਰਤੀ ਤਕਨੀਕ ਆਪਣੀ। ਉਹਨਾਂ ਵੀ ਉੱਥੇ ਸਰੋਵਰ ਉੱਥੇ ਚਬੱਚੇ 'ਚ ਜਲ ਪਾ ਕੇ ਪੈਰ ਧੋ ਕੇ ਉਹ ਪਾ ਦਿੱਤਾ, ਅਤੇ ਉੱਥੇ ਵੀ ਠੀਕ ਹੋ ਗਏ। ਕਹਿਣ ਤੋਂ ਭਾਵੇਂ ਬਹੁਤ ਤਗੜੀ ਇਹ ਅਲਾਮਤ ਹੈ। ਅਤੇ ਪਿਆਰੋ ਫਿਰ ਸਤਿਗੁਰ ਨੇ ਕਿਰਪਾ ਕੀਤੀ ਆ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਇਸ ਕਾਰਨ ਕਰਕੇ ਹੁਣ ਜੇ ਤਾਂ ਆਪਾਂ ਲਾਈਏ, ਸਾਡੇ ਸਾਰਿਆਂ ਦੇ ਸਿਰ 'ਤੇ ਮੌਤ ਦੇ ਮੰਡਲ ਛਾ ਰਹੇ ਆ, ਮੌਤ ਦੇ ਮੰਡਲ। ਇਹ ਤੇ ਮਹਾਰਾਜ ਕਹਿੰਦੇ ਆ, ਮਨ ਲਖਾਏ ਮੰਡਲ ਮੇ ਆਏ, ਕਿਉਂ ਰਹਿਣਾ ਚੱਲਣਾ ਪਰਥਾਏ। ਇਹ ਤਾਂ ਦਿੱਕਤ ਹੈਗੀ ਆ। ਚਲੋ ਜੋ ਵੀ ਹੈ ਵਾ, ਆਪਾਂ ਉਹਦੇ ਕੁਦਰਤ ਦੇ ਰੰਗ ਕੀ ਕਹਿਣਾ, ਆਪਾਂ ਕੀ ਕਰ ਸਕਦੇ ਹਾਂ, ਸਾਡੇ ਵਿੱਚ ਹੱਥ ਜੋਰ ਹੈ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਰਨ ਦੀ ਕਿਰਪਾ, ਚਲੋ ਉਹਦੀ ਦ੍ਰਿਸ਼ਟੀ ਆ ਜਿਵੇਂ ਹੈਗੀ ਆ। ਪਰ ਇਹ ਬਹੁਤ ਜ਼ਿਆਦਾ ਇਸ ਵਕਤ ਜਿਹੜਾ ਸੰਸਾਰ ਦੇ ਉੱਤੇ ਇਹ ਸਾੜ ਸਤੀ ਆਈ ਹੈ ਨਾ, ਅਤੇ ਬਹੁਤ ਹੀ ਜ਼ਿਆਦਾ ਥਫਰ। ਪਰ ਅਜੇ ਵੀ ਸਾਡੇ ਇਹੋ ਜਿਹੇ ਮੈਂ ਦੇਖੇ ਆ ਜੀਵ ਲੋਕ, ਜਿਨ੍ਹਾਂ ਨੂੰ ਪਤਾ ਨਹੀਂ ਕਿਹੜੀ ਉਹਨਾਂ ਦੇ ਇੱਕੋ ਹੀ ਗੱਲ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਇਹ ਜਿਹੜਾ ਕਿਹੜੇ ਢੰਗ ਨਾਲ ਮੈਂ ਚੱਲਾਂ, ਮੈਂ ਕੀ ਕਰਨਾ। ਇੱਥੋਂ ਤੱਕ ਇਹ ਲੋਕ ਜਿਹੜੇ, ਕਈਆਂ ਨੂੰ ਤਾਂ ਲੱਥੀ ਚੜੀ ਮਾਸਾ ਨਹੀਂ ਨਾ ਹੈਗੀ। ਮੈਂ ਦੇਖਦਾ ਉਹਨਾਂ ਨੂੰ ਇੱਕੋ ਹੀ ਲੱਗੀ ਦੌੜ ਵੀ ਛੇਤੀ ਛੇਤੀ ਠੀਕ ਹੋ ਜੇ, ਅਸੀਂ ਜਿਹੜੀ ਮਾਇਆ ਉਹ ਇਕੱਠੀ ਕਰ ਲਈਏ, ਸਾਡੇ ਨਾਲ ਕਾਰੋਬਾਰ ਚੱਲ ਜਾਣਾ। ਅਜੇ ਵੀ ਇੱਕ ਬੰਨੇ ਤੇ ਇੰਨੀ ਵਾਰਦਾਤ ਇੰਨਾ ਕੁ, ਅਤੇ ਸਾਨੂੰ ਫਿਰ ਵੀ ਸਾਡੇ ਇੱਕੋ ਹੀ ਤਵੱਜੋ ਲੱਗੀ ਹੈ ਸਾਰਿਆਂ ਦੇ ਵਿੱਚ
ਆ ਜਿਹੜੇ ਤੇ ਬਾਹਰ ਵਾਲੇ ਤੇ ਕਈ ਇਹੋ ਜਿਹੇ, ਉਹ ਕੋਈ ਕਹਿੰਦਾ ਮੇਰੇ ਪੈਸੇ ਨੇ ਮਾਰੇ ਗਏ, ਮੇਰੇ ਪੈਸੇ, ਮੈਂ ਆ ਵੀਜ਼ਾ ਮੈਂ ਕੋਰਸ ਕੀਤਾ ਸੀ, ਮੈਂ ਆਹ ਕੀਤਾ, ਮੈਂ ਆਹ ਕਰਦਾ। ਉਹ ਮੈਨੂੰ ਇਹ ਗੱਲ ਦੀ ਸਮਝ ਲੱਗੀ, ਇੱਕ ਬੰਨੇ ਤੇ ਸਾਡੇ ਸਿਰ 'ਤੇ ਮੰਡਲ ਜਿਹੜਾ ਛਾਇਆ ਹੋਇਆ ਜਾਨ ਦਾ, ਵੀ ਸਾਡੀ ਜਾਨ ਪਤਾ ਨਹੀਂ ਬਚਣੀ ਕਿ ਨਹੀਂ ਜਾਣੀ। ਇਹ ਆਪਾਂ ਕਿੱਦਾਂ ਭੱਜੇ ਫਿਰਦੇ ਆ, ਆਪਾਂ ਕੀ ਕਰਦੇ ਫਿਰਦੇ ਆ। ਉਹ ਪਿਆਰੋ, ਆਪਣੀ ਜਾਨ ਤੇ ਬਚਾ ਲਓ ਪਹਿਲਾਂ। ਜਿਹੜੀ ਇਹ ਚੱਲਣ ਡਈ ਆ ਤੁਹਾਡੇ ਸਾਹਮਣੇ ਹੀ ਆ, ਕਿਵੇਂ ਕੀ ਇਹਦਾ ਕੀ ਤੁਸੀਂ ਕਰੋਗੇ। ਤੁਹਾਨੂੰ ਅਜੇ ਵੀ ਕਈਆਂ ਨੂੰ ਮੈਂ ਸੁਣਦਾ ਹਾਂ, ਕਈਆਂ ਕੋਲ ਕਈ ਖੁਸ਼ੀਆਂ ਮਨਾਉਂਦਾ ਫਿਰਦਾ ਵਾ, ਕਈ ਨੂੰ ਪਤਾ ਹੀ ਨਹੀਂਗਾ ਵੀ ਕੋਈ ਇਹ ਕੀ ਹੋ ਰਿਹਾ ਵਾ। ਉਹ ਆਪੋ ਆਪਣੀ ਲੈ ਇਹਦੇ ਨਾਲ ਕਿਹੜੀ ਗੱਲ ਆ, ਇਹਦੀ ਨਾਲ ਕਿਹੜੀ ਗੱਲ ਆ। ਲੋਕੀ ਮੈਂ ਜਦੋਂ ਮੈਨੂੰ ਹੈਰਾਨਗੀ ਹੁੰਦੀ ਆ ਵੀ ਕੁਛ ਥੋੜ੍ਹਾ ਬਹੁਤਾ ਤੁਸੀਂ ਭੈ ਦੇ ਵਿੱਚ ਉਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਆਓ। ਅਤੇ ਜਦੋਂ ਫਿਰ ਇੱਕ ਉਹ ਤਾਂ ਉਤੋਂ ਦੇ ਬੜੀਆਂ ਮਾਰਦੇ ਆ ਫੜਾਂ, ਅਤੇ ਜਦੋਂ ਕੋਈ ਗੱਲ ਤੇ ਫਿਰ ਕਹਿੰਦੇ ਇੱਥੋਂ ਤੱਕ ਫਿਰ ਅਸੀਂ ਹੋ ਜਾਂਦੇ ਆ ਵੀ ਕਹਿ ਦਿੰਦੇ ਵੀ ਮੇਰੇ ਲਾਗੇ ਵੀ ਨਾ ਆਈ, ਮੇਰੇ ਲਾਗੇ ਵੀ ਨਾ, ਤੂੰ ਪਰੇ ਹੋ ਜਾ, ਤੇਰੇ ਮੇਰੇ ਤੋਂ ਮੱਥੇ ਵੀ ਨਾ ਲੱਗ। ਇੱਕ ਬੰਨੇ ਤੇ ਆ ਬਹੁਤ, ਤੇ ਇੱਕ ਬੰਨੇ ਜਦੋਂ ਕੋਈ ਗੱਲ ਹੁੰਦੀ ਤੇ ਫਿਰ ਸਾਨੂੰ ਖੁਸ਼ੀਆਂ ਚੜ੍ਹੀਆਂ ਪਈਆਂ। ਅਜੇ ਵੀ ਇਹਦੇ ਨਾਚ ਭੜਕਾ, ਤੇ ਫਿਰ ਜਿਹੜੀ ਗੱਲ ਤੋਂ ਵਰਜਿਤ ਕੀਤਾ ਵੀ ਇਹ ਬਿਮਾਰੀ ਬਹੁਤ ਮਾੜੀ ਜੇ, ਇਹ ਤੋਂ ਹਟ ਕੇ ਰਹੋ। ਇੱਕ ਜੀ ਦੀ ਜਿਹੜੀ ਇੱਕ ਜੀ ਜਿਹੜਾ ਵਾ ਉਹ ਕਈਆਂ ਜੀਆਂ ਦੀ ਆਤਮਘਾਤੀ ਦੇ ਵਿੱਚ ਉਹਨੂੰ ਲਿਆਊਗਾ। ਚਲੋ ਠੀਕ ਹੈ, ਆਪਾਂ ਮੰਨ ਲਿਆ ਵੀ ਪਰਮੇਸ਼ਰ ਦੇ 'ਤੇ ਭਰੋਸਾ ਹੋਣਾ ਚਾਹੀਦਾ, ਰੱਬ ਨੂੰ ਮੰਨਣਾ ਚਾਹੀਦਾ, ਰੱਬ ਦੇ ਉਹਦੇ ਅੰਕੁਸ਼ ਉਹਨੂੰ ਆਪਾਂ ਨੂੰ ਲੈਣਾ ਚਾਹੀਦਾ ਵਾ। ਅਤੇ ਆਪਾਂ ਫਿਰ ਹੁਣ ਜੇ ਬਿਲਕੁਲ ਇੱਕੋ ਗੱਲ ਹੀ ਕਰਾਂਗੇ ਜੀ ਕੋਈ ਗੱਲ ਨਹੀਂ, ਕੀ ਹੋ ਜਾਊਗਾ, ਸਾਨੂੰ ਨਹੀਂ ਕੋਈ ਡਰ, ਸਾਨੂੰ ਤੇ ਡਰ ਨਹੀਂ, ਤੇ ਫਿਰ ਉਹਨੂੰ ਕੀ ਡਰ ਆ, ਉਹਨੂੰ ਕੀ ਪਰਮੇਸ਼ਰ ਨੂੰ ਵੀ ਡਰ ਆ। ਫਿਰ ਜੇ ਤੁਹਾਨੂੰ ਲੋਕਾਂ ਨੂੰ ਨਹੀਂ ਡਰ ਤੇ ਉਹਨੂੰ ਡਰ, ਫਿਰ ਠੀਕ ਆ, ਕਰ ਲਓ ਤੁਸੀਂ ਜਲਦਬਾਜ਼ੀਆਂ। ਵਿਸ਼ਵਾਸ ਤੇ ਹਰ ਕੋਈ ਜਤਾਉਂਦਾ ਵਾ, ਪਰ ਫਿਰ ਜੇ ਤੁਹਾਡੇ ਮਨ 'ਚ ਇੰਨਾ ਵਿਸ਼ਵਾਸ ਤੇ ਫਿਰ ਤੁਸੀਂ ਨਫ਼ਰਤ ਕਿਉਂ ਕਰਦੇ। ਹੁਣ ਤੇ ਤੁਸੀਂ ਆਪਣੇ ਰਿਸ਼ਤੇਦਾਰ ਵੀ ਛੱਡ ਦਿੱਤੇ ਸਾਰਿਆਂ ਨੂੰ, ਰਿਸ਼ਤੇਦਾਰਾਂ ਨੂੰ ਵੀ ਤੁਸੀਂ ਵਾਰ ਕੇ ਨਹੀਂ ਖੁਸ਼ ਕਰਦੇ। ਤੁਹਾਡੇ ਪਰਿਵਾਰਾਂ ਦੇ ਵਿੱਚ ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ ਨਹੀਂ ਗਾ ਕਿਸੇ ਰਿਸ਼ਤੇਦਾਰ ਨੂੰ, ਕਿ ਆਂਢ ਗੁਆਂਢ ਨੂੰ ਆਪਾਂ ਤੇ ਇੱਕ ਦੂਜੇ ਨੂੰ ਉੱਥੋਂ ਤੱਕ ਨਫ਼ਰਤ ਦੇ ਵਿੱਚ ਆ ਵੀ ਇੱਕ ਦੂਜੇ ਦੀ ਨਫ਼ਰਤ ਨਹੀਂ, ਆਪਾਂ ਨਫ਼ਰਤ ਦੇ ਵਿੱਚ ਹੀ ਚੱਲ ਰਹੇ ਆ। ਤਾਂ ਆਪਾਂ ਕਹਿੰਦੇ ਵੀ ਇਹ ਮੈਂ ਬਾਜਾਂ, ਇਹਨੂੰ ਜੋ ਮਰਜ਼ੀ ਹੁੰਦਾ ਫਿਰੇ। ਅਤੇ ਇਹ ਨਿੱਕਾ ਜਿਹਾ ਥੋੜ੍ਹਾ ਕੰਮ ਹੈ, ਇਹ ਖਿਲਾਰਿਆ ਪਿਆ ਹੁਣੇ ਕਿਤੇ ਇਕੱਠਾ ਹੋਣਾ ਵਾ, ਬਹੁਤ ਚਿਰ ਸਮਾਂ ਲੱਗਣਾ, ਬਹੁਤ ਜ਼ਿਆਦਾ ਸਮਾਂ ਲੱਗਣਾ। ਅਤੇ ਜਿਹਨਾਂ ਨੂੰ ਦੌੜਾਂ ਲੱਗੀਆਂ ਉਹਨੇ ਇੱਕ ਗੱਲ ਯਾਦ ਰੱਖਿਓ, ਜਿਹੜੀਆਂ ਤੁਹਾਨੂੰ ਦੌੜਾਂ ਲੱਗੀਆਂ ਨਾ, ਉਹ ਤੁਹਾਨੂੰ ਦੌੜਾਂ ਬਹੁਤ ਮੁਸ਼ਕਿਲ ਪੈਣਗੀਆਂ। ਇਸ ਕਾਰਨ ਕਰਕੇ ਇਹਨਾਂ ਗੱਲਾਂ ਨੂੰ ਜੋ ਤਵਾਰੀਖ ਹੈ, ਜੋ ਇਤਿਹਾਸ ਕਹਿ ਰਿਹਾ ਵਾ, ਜੇ ਸਾਨੂੰ ਐਸੀ ਨੌਬਤ ਬਣ ਗਈ ਤਾਂ ਆਪਾਂ ਇਹਦਾ ਮੁਕਾਬਲਾ ਕਰਨਾ ਸਾਰਿਆਂ ਨੂੰ। ਇਸ ਕਾਰਨ ਕਰਕੇ ਗੁਰੂ ਤਵਾਰੀਖ ਹੈ, ਉਹਦੇ ਮੁਤਾਬਕ ਇਹ ਸਾਰਾ ਕੁਝ ਹੋ ਰਿਹਾ ਵਾ। ਤਵਾਰੀਖ ਜਿਹੜੀ ਆ ਉਹ ਦੱਸ ਰਹੀ ਆ ਸਾਨੂੰ ਕਿ ਜਿਵੇਂ ਜਿਵੇਂ ਕੋਈ ਸਮਾਂ ਆਇਆ ਉਸੇ ਹਿਸਾਬ ਦੇ ਨਾਲ ਇਹ ਹੋਇਆ ਅਤੇ ਉਸੇ ਤਰ੍ਹਾਂ ਹੁੰਦਾ ਜਾਣਾ। ਇਸ ਕਰਕੇ ਘਬਰਾਉਣਾ ਨਹੀਂ ਗਾ, ਤੋਂ ਡਰਨਾ ਨਹੀਂ ਗਾ। ਡਰੋ ਵੀ, ਇਹ ਵੀ ਜੇ ਹੁਣ ਨਹੀਂ ਡਰਦੇ ਤਾਂ ਵੀ ਮਰਦੇ ਆ, ਕਿਉਂਕਿ ਜੇ ਆਪਾਂ ਹੁਣ ਇਹਨਾਂ ਗੱਲਾਂ 'ਤੇ ਲੈ ਲਈਏ ਤਾਂ ਫਿਰ ਤੁਹਾਡੇ ਸਾਹਮਣੇ ਹੀ ਉਹ ਗੱਲਾਂ ਜਿਹੜੀਆਂ ਨਹੀਂ। ਆਪਾਂ ਵੈਸੇ ਤਾਂ ਡਰ ਵੀ ਸਾਡੇ ਮਨਾਂ 'ਚ ਬਹੁਤ ਪਿਆ ਵਾ, ਡਰਦੇ ਵੀ ਬੜੇ ਅਸੀਂ, ਅਤੇ ਬੜਕੀਆਂ ਵੀ ਬੜੀਆਂ ਮਾਰਦੇ ਵੀ ਬਸ ਇੱਕੋ ਹੀ ਗੱਲ ਆ ਵੀ ਅਸੀਂ ਆ ਸਾਰਾ ਕੁਝ ਜੋ ਹੋਗਾ। ਕਹਿਣ ਤੋਂ ਭਾਵ ਕਿ ਬਚ ਬਚਾ ਕੇ ਰਹੋ, ਘਬਰਾਉਣ ਦੀ ਲੋੜ ਕੋਈ ਨਹੀਂ ਗੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਦੂ, ਠੀਕ ਹੋ ਜਾਊਗਾ ਹੌਲੀ ਹੌਲੀ। ਅਤੇ ਇਹ ਜਿਹੜਾ ਮੈਂ ਆਪ ਜੀ ਨੂੰ ਬੇਨਤੀ ਕਰਨ ਡਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਨਮ ਜਿਹੜਾ ਵਾ ਇਹ ਸਤਾਬਦੀ ਮਨਾਉਣੀ, ਹੁਣ ਥੋੜ੍ਹਾ ਇਹਦੀ ਤਬਦੀਲੀ ਕਰਨੀ ਪਈ। ਮੈਂ ਇੱਕ ਦਿਨ ਕਿਸੇ ਸਿਆਣੇ ਕੋਲ ਪੁੱਛਿਆ, ਮੈਂ ਕਿਹਾ ਬੜਾ ਕੰਮ ਖਰਾਬ ਆ, ਪਿਛਲੀ ਵਾਰ ਤੇ ਬੜੀਆਂ ਰੌਣਕਾਂ ਸੀ। ਉਹ ਕਹਿੰਦਾ ਭਾਈ ਹੁਣ ਸਮਾਂ ਵੀ ਐਸਾ ਹੈਗਾ, ਹੁਣ ਜੇ ਨਾ ਹੁੰਦੀ ਤਾਂ ਹੁਣ ਇਹ ਪ੍ਰੋਗਰਾਮ ਸਮਾਗਮ ਸ਼ੁਰੂ ਹੋ ਗਏ ਸੀਗੇ ਵੱਡਿਆਂ ਗੁਰਦੁਆਰਿਆਂ ਦੇ ਵਿੱਚ, ਜਾਂ ਜਿੱਥੇ ਜਿੱਦਾਂ ਤਖਤਾਂ ਜਾਂ ਕਿਤੇ ਨਾ ਕਿਤੇ ਇਹਦੀ ਬੜੀ ਉੱਚੇ ਪੱਧਰ ਦੇ ਉੱਤੇ ਸਮਾਗਮ ਸ਼ੁਰੂ ਹੋਣੇ ਸੀਗੇ, ਭਾਵੇਂ ਤਰੀਕਾਂ ਵੀ ਜੇ ਨਿਯੁਕਤ ਕਰਨੀਆਂ ਸੀਗੀਆਂ। ਅਤੇ ਉਹ ਕੈਸੀ ਇੱਕਦਮ ਹੀ ਸਾਰਾ ਕੁਝ ਹੋ ਗਿਆ। ਅਤੇ ਗੱਲ ਤਾਂ ਵੈਸੇ ਧਰੀ ਧਰਾਈ ਰੱਖੀ ਆ, ਪਰ ਫਿਰ ਵੀ ਆਪਾਂ ਉਸ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਦਿਨ ਮਨਾ ਸਕਦੇ ਹਾਂ। ਇਸ ਕਾਰਨ ਕਰਕੇ ਪਾਤਸ਼ਾਹ ਕਿਰਪਾ ਕਰੇ। ਦਾਸ ਨੇ ਇੱਕ ਦਿਨ ਫਿਰ ਅੰਦਾਜ਼ਾ ਲਿਆ ਵੀ ਚਲੋ ਘਰ ਦੇ ਵਿੱਚ ਹੀ ਬੈਠ ਕੇ ਮਹਾਰਾਜ ਦੀ ਬਾਣੀ ਵਿੱਚ ਵੀ ਦੱਸਿਆ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਵਾ, ਹਿਰਦੇ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ।
ਘਰ ਤੇ ਦੋ ਵਾ, ਇੱਕ ਸੰਸਾਰੀ ਘਰ, ਇੱਕ ਆ ਅੰਦਰ ਦਾ ਜਿਵੇਂ ਆਤਮਿਕ ਦਾ ਘਰ ਆ। ਚਲੋ ਆਪਾਂ ਦੋਨੋਂ ਘਰ ਇਹ ਵੀ ਆ ਕਿਉਂਕਿ ਇਹਦੇ ਵਿੱਚ ਵੀ ਰਹਿੰਦੇ ਹਾਂ, ਜੀਵ ਆਤਮਾ ਵੀ, ਤੇ ਉਹ ਵੀ ਘਰ ਆ, ਦੋ ਘਰ ਆ। ਤੇ ਘਰ ਬੈਠੇ ਗੁਰੂ ਤੇ ਆਉਂਦੇ ਫਿਰ ਮੈਂ ਅੰਦਾਜ਼ਾ ਲਗਾਇਆ, ਮੈਂ ਥੋੜ੍ਹਾ ਹਿਸਾਬ ਲਾਇਆ ਮੈਂ ਗੁਰੂ ਪਿਆਰੇ ਨਾਲ, ਤੇ ਚਲੋ ਆਪਾਂ ਵੀ ਜੇ ਹੁਣ ਜੇ ਇਹ ਸਮਾਂ ਬਣ ਗਿਆ, ਚਲੋ ਨਹੀਂ ਭੁਗਤਾ 71 ਦੀ, ਤੇ ਫਿਰ ਆਪਾਂ ਥੋੜ੍ਹਾ ਫਿਰ ਇਸ ਤਰ੍ਹਾਂ ਕਰ ਲਈਏ। ਮੈਂ ਦਾਸ ਨੇ ਫਿਰ ਥੋੜ੍ਹਾ ਮਨ ਵਿਚਾਰ ਕੀਤਾ ਵੀ ਚਲੋ ਕੋਈ ਨਾ ਕੋਈ ਜਾਪ, ਦਾਸ ਨੇ ਜਾਪ ਸ਼ੁਰੂ ਕੀਤਾ, ਸੁਖਮਨੀ ਸਾਹਿਬ ਦੇ ਪਾਠ ਵੀ ਸ਼ੁਰੂ ਕੀਤੇ ਆ। ਕਿਉਂਕਿ ਮੈਂ ਕਾਫੀ ਚਿਰ ਤੋਂ ਜਾਪ ਜਿਹੜਾ ਮੈਂ 1 ਸਾਲ ਜਨਵਰੀ ਤੋਂ ਹੀ ਸ਼ੁਰੂ ਕੀਤੇ ਸੀਗੇ, ਉਹਦੇ ਹਿਸਾਬ ਦੇ ਨਾਲ ਮੈਂ ਉਹ ਜਾਪ ਵੀ ਜਿਹੜਾ ਮੈਂ ਉਹ ਸਾਰਾ ਹੀ ਜਿਹੜਾ ਇਹਦੇ ਵਿੱਚ ਹੀ ਕੀਤਾ, ਉਹ ਸਮੱਗਰੀ ਜੋ ਕੀਤਾ ਸੀ ਨਾ ਮਾਇਆ ਧਨ ਜਾਂ ਇਸ ਨਾਮ ਬਾਣੀ ਦਾ ਖਜ਼ਾਨਾ, ਉਹ ਮੈਂ ਸਾਰਾ ਇਹਦੇ ਵਿੱਚ ਹੀ ਜੋੜ ਦਿੱਤਾ। ਅਤੇ ਦਾਸ ਦੇ ਕੋਈ ਤਕਰੀਬਨ ਮੇਰੇ ਖਿਆਲ ਵੀ 700 ਦੇ ਉੱਪਰ ਹੀ ਪਾਠ ਹੋ ਗਏ ਸੁਖਮਨੀ ਸਾਹਿਬ, ਉਹ ਮੈਂ ਸਾਰਾ ਹੀ ਬਾਲ ਧਨ ਇਹਦੇ ਨਾਲ ਜੋੜ ਦਿੱਤਾ ਵਾ ਸੁਖਮਨੀ ਸਾਹਿਬ ਦਾ। ਵੀ ਚਲੋ ਆਹ ਸਾਲ ਜਿਹੜਾ 2020 ਤੇ 2021 ਤੱਕ ਇਹੋ ਹੀ ਜਾਪ ਜਿਹੜਾ ਵਾ ਤੂੰ ਹੁਣ ਫਿਰ ਰੋਜ਼ ਪਾਠ 5 4 10 ਜਿੰਨੇ ਹੁੰਦੇ ਕਰੇ ਨਾਲ ਗੁਰਮੰਤਰ ਜਿਹੜਾ ਹੈਗਾ ਵਾ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿੱਤਾ। ਇਸ ਕਾਰਨ ਕਰਕੇ ਇਹ ਕਿ ਚਲੋ ਇਹਨੂੰ ਸਮਰਪਿਤ ਕਰ ਦਈਏ। ਮੈਂ ਕੋਸ਼ਿਸ਼ ਕਰ ਰਿਹਾ ਵਾਂ ਕਿ ਇਹ ਤਵਾਰੀਖ ਜਿਹੜੀ ਆ ਜਾਂ ਇਹ ਤੇ ਅੱਜ ਤਾਂ ਹੁਣ ਆਪ ਜੀ ਨੂੰ ਦੱਸਿਆ, ਹੌਲੀ ਹੌਲੀ ਮੈਂ ਟੈਲੀਕਾਸਟ ਜਿਹੜੀ ਆ ਮੇਰੇ ਕੋਲ ਆਪਣੇ ਚੈਨਲ ਆ ਮੈਂ ਬਣਾਇਆ, ਉਹਦੇ ਰਾਹੀਂ ਮੈਂ ਕੋਸ਼ਿਸ਼ ਕਰ ਰਿਹਾ, ਨਹੀਂ ਤਾਂ ਮੈਂ ਵੀਡੀਓ ਬਣਾ ਕੇ ਮੈਂ ਜਿੱਥੇ ਜਿੱਥੇ ਗਰੁੱਪਾਂ ਉਹਦੇ ਵਿੱਚ ਪਾਈ ਜਾਵਾਂਗਾ ਅਤੇ ਤੁਸੀਂ ਨੂੰ ਸੁਣ ਲਿਓ। ਜੇ ਥੋੜ੍ਹਾ ਕਿ ਉਹਦੀ ਕੋਈ ਹੈਗੀ ਆ ਸ਼ਰਤਾਂ ਹੈਗੀ ਦਿਨ ਪੂਰੀਆਂ ਹੋਈ ਤਾਂ ਮੈਂ ਲੈ ਵੀ ਕਰ ਦਾਂਗਾ। ਆਪਣੇ ਸ਼ੇਰੇ ਪੰਜਾਬ ਰਾਜੇ ਪਾਂ ਦੀ ਮੈਂ ਚੈਨਲ ਬਣਾਇਆ YouTube, ਉਹਦੇ ਰਾਹੀਂ ਮੈਂ ਇਹ ਸਾਰਾ ਹੀ ਮੇਰੇ ਖਿਆਲ ਇਹਦੇ ਨਾਲ ਬਿਹਤਰ ਆ। ਕਾਨੂੰਨ ਤਾਂ ਮੈਂ ਗੁਰਦੁਆਰੇ ਵਿੱਚ ਵੀ ਕਰ ਸਕਦਾ, ਪਰ ਗੁਰਦੁਆਰੇ ਦੇ ਵਿੱਚ ਮੇਰੇ ਉੱਤੇ ਬੈਨ ਬੜਾ ਤਗੜਾ ਵਾ, ਮੈਂ ਗੁਰਦੁਆਰੇ ਕਰ ਨਹੀਂ ਸਕਦਾ। ਇੱਥੇ ਦੇ ਜਿਹੜੇ ਬੁਗਤੇ ਧਰਮ ਦੇ ਠੇਕੇਦਾਰ ਆ ਨਾ, ਜਿਹੜੇ ਬੁਗਤੇ ਬਣੇ ਆ, ਮੈਂ ਇਹ ਕਹਿ ਦੇਣਾ ਚਾਹੁੰਦਾ ਵਾਂ, ਇਹ ਧਰਮ ਦੇ ਠੇਕੇਦਾਰ ਜਿਹੜੇ ਬਣੇ ਆ ਨਾ, ਮੇਰੇ 'ਤੇ ਇਹੋ ਜਿਹਾ ਬੈਨ ਲੱਗਾ ਵੀ ਮੈਂ ਬੋਲ ਨਹੀਂ ਸਕਦਾ ਸਪੀਕਰ ਦੇ ਵਿੱਚ। ਜੇ ਮੈਂ ਬੋਲਦਾ ਤਾਂ ਇਹਨਾਂ ਨੂੰ ਇੰਨੀ ਤਲਖੀ ਹੁੰਦੀ ਆ ਵੀ ਹਿਸਾਬ ਕਿ ਇਹਨਾਂ ਨੂੰ 36 ਕੱਪੜੀ ਅੱਗ ਲੱਗ ਜਾਂਦੀ ਆ। ਜਦੋਂ ਕਿ ਮੈਂ ਗੁਰਮਤਿ ਦੀਆਂ ਵਿਚਾਰਾਂ ਮਹਾਰਾਜ ਸੱਚੇ ਪਾਤਸ਼ਾਹ ਜਿੰਨੀ ਕੁ ਮੈਨੂੰ ਮੱਤ ਬਖਸ਼ੀ ਹੈ, ਮੈਂ ਇਤਿਹਾਸ ਦੀ ਖੋਜ ਕੀਤੀ ਕਰਨ ਡਿਆਂ, ਗਾਹ ਵੀ ਕਰਨ ਡਿਆਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਿੰਨਾ ਮੇਰੇ ਕੋਲ ਹੋ ਸਕੇ ਮੈਂ ਪ੍ਰਚਾਰ, ਮੈਂ ਕੁਝ ਸਿੱਖਿਆ ਵੀ ਲਈ ਹੈ, ਮੈਂ ਕੁਝ ਇਹਦੇ ਜਿੰਨੀ ਕੁ ਮੇਰੇ ਕੋਲ ਮੱਤ ਸੀ। ਕਿਉਂਕਿ ਸੰਨ 1977 ਦਾ ਦਾਸ ਨੇ ਅੰਮ੍ਰਿਤ ਛਕਿਆ ਅਤੇ ਉਦੋਂ ਤੋਂ ਗੁਰਦੁਆਰੇ ਸਾਹਿਬ ਵਿੱਚ ਆ, ਔਰ ਬਾਣੀ ਉਦੋਂ ਦੀ ਜਿਹੜੀ ਆ, ਉਦੋਂ ਤੋਂ ਹੁਣ ਲਾ ਲਓ 77 ਤੋਂ ਲੈ ਕੇ ਅੱਜ ਤੱਕ ਕਿੰਨਾ ਸਮਾਂ ਬਣਦਾ ਵਾ ਬਾਣੀ ਦਾ ਜਿਹੜਾ ਜਾਪ। ਹੁਣ ਇਹ ਕਈਆਂ ਨੂੰ ਤੰਗੀ ਬੜੀ ਹੈ ਇਸ ਗੱਲ ਤੋਂ, ਜੇ ਮੈਂ ਕਿਸੇ ਗੁਰਦੁਆਰੇ ਜਾਂਦਾ ਉੱਥੇ ਇਹਨਾਂ ਨੂੰ ਪਤਾ ਨਹੀਂ ਕੀ ਅੱਗ ਲੱਗ ਜਾਂਦੀ ਹੈ, ਇਹਨਾਂ ਨੂੰ ਲੋਕਾਂ ਨੂੰ ਹਾਏ ਬੋਲਣ ਡਿਆ ਪਿਆ, ਹਾਏ ਇਹਨੂੰ ਸਪੀਕਰ ਨਾ ਦਿਓ, ਹਾਏ। ਮੈਂ ਹਾਰ ਕੇ ਮੈਂ ਸੱਚੇ ਪਾਤਸ਼ਾਹ ਦੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਅਰਦਾਸ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਮੇਰੇ ਮਨ ਦੀ, ਤਾਂ ਕਿ ਮੇਰੇ ਮਨ ਦੇ ਵਿੱਚ ਇਹ ਹੈਗਾ ਵਾ ਕਿ ਮੈਂ ਕੁਝ ਨਾ ਕੁਝ ਗੁਰਬਾਣੀ ਦਾ ਜਾਂ ਇਹ ਜਿਹੜੀ ਸ਼ਤਾਬਦੀ ਇਹਨੂੰ ਮੈਂ ਕੁਝ ਸਮਰਪਿਤ ਕਰਾਂ। ਅਤੇ ਮੈਂ ਹੁਣ ਇੱਕ ਦਿਨ ਫਿਰ ਅੰਦਾਜ਼ਾ ਲਾ ਵੀ ਆਪਣੇ ਘਰ 'ਚ ਹੀ ਬਹਿ ਕੇ ਕਰੂੰ। ਮੈਂ ਆਪਣੇ ਘਰ ਦੇ ਵਿੱਚੋਂ ਕਰ ਰਿਹਾ ਹਾਂ ਜੋ ਕੁਛ ਆ ਮੂਲ ਮੰਤਰ ਦਾ ਜਾਪ ਜਾਂ ਸੁਖਮਨੀ ਸਾਹਿਬ ਦੇ ਪਾਠ ਆਪਣੇ ਘਰ ਵਿੱਚ ਹੀ ਕਰ ਰਿਹਾ। ਕੁਝ ਮੈਨੂੰ ਮੌਕਾ ਮਿਲਿਆ ਸੀਗਾ ਜਨਵਰੀ ਦੇ ਵਿੱਚ ਅਤੇ ਫਰਵਰੀ ਤੋਂ ਉੱਥੇ ਮੈਂ ਥੋੜ੍ਹਾ ਜਾਪ ਸ਼ੁਰੂ ਕੀਤਾ ਸੀਗਾ। ਅੱਜ ਜੋ ਸਾਲ ਚੜ੍ਹਿਆ ਨਾ, ਮੈਂ ਕਾਫੀ ਚਿਰ ਦਾ ਇਹ ਪੜ੍ਹਿਆ ਸੀਗਾ 2021 ਦੇ ਵਿੱਚ ਇਹ ਆ ਰਿਹਾ, ਮੈਂ ਉਦੋਂ ਦਾ ਹੀ ਸ਼ੁਰੂ ਕਰ ਦਿੱਤਾ ਸੀਗਾ ਇਹ ਜਿਹੜਾ ਹੈਗਾ ਸੀਗਾ ਜਾਪ। ਉਹ ਮੈਂ ਇਸ ਪਰ ਡਿਆ ਮੈਂ ਤਾਂ ਹੋਮੇ ਤੇਰੇ ਤੇ ਹਰ ਨਹੀਂ ਚਾਹੀਦੀ, ਇਹ ਨਕੰਮੀ ਫਿਰ ਮੂੰਹ 'ਚੋਂ ਮੈਂ ਨਿਕਲ ਜਾਂਦੀ ਆ, ਦਾਸ ਹੀ ਆ ਮੈਂ ਤੇ ਚਰਨ ਦੀ ਝੂੜੇ ਮੈਂ ਇਹਨਾਂ ਨੇ। ਅਤੇ ਚਲੋ ਇਹ ਇਸ ਕਰਕੇ ਸ਼ੁਰੂ ਕੀਤਾ ਕਿ ਚੱਲ ਹੁਣ ਇਸ ਤਰ੍ਹਾਂ ਤੇ ਇਸ ਤਰ੍ਹਾਂ ਸਹੀ। ਮੇਰੇ 'ਤੇ ਬੈਨ ਬੜਾ ਤਗੜਾ, ਮੈਂ ਗੁਰਦੁਆਰੇ ਦੇ ਵਿੱਚ ਜਿਹੜਾ ਪ੍ਰਚਾਰ ਨਹੀਂ ਕਰ ਸਕਦਾ, ਤਵਾਰੀਖ ਨਹੀਂ ਸੁਣਾ ਸਕਦਾ। ਮੈਂ ਆਖਰ ਫਿਰ ਆਪਣਾ ਚੈਨਲ ਬਣਾ ਕੇ ਹੁਣ ਮੈਂ ਇਹ ਕਰ ਰਿਹਾ ਕਿ ਚਲੋ ਜਿੰਨੀ ਕਿ ਮੇਰੇ ਕੋਲ ਮੈਨੂੰ ਮੱਤ ਬਖਸ਼ੀ ਨਾ ਪਾਤਸ਼ਾਹ ਨੇ, ਇਤਿਹਾਸ ਦੀ ਕਥਾ ਵਿਚਾਰ ਗੁਰਮਤਿ ਦੇ ਸਿਧਾਂਤ ਕੀਰਤਨ ਸਾਰਾ ਪਾਤਸ਼ਾਹ ਸੱਚੇ ਪਾਤਸ਼ਾਹ ਦੀ ਕਿਰਪਾ ਵਾ, ਜਿੰਨੀ ਮੇਰੇ ਕੋਲ ਹੈਗਾ ਖਜ਼ਾਨਾ ਮੈਂ ਇਹ ਸਮਰਪਿਤ ਕਰਨਾ ਚਾਹੁੰਦਾ। ਅਤੇ ਇਹ ਲੈਬ ਵੀ ਮੇਰੀ ਸੈਨ ਚੱਲ ਜਾਣੀ ਆ, ਥੋੜ੍ਹਾ ਮੈਂ ਡਿਆਂ ਭੱਜ ਦੌੜ ਕਰਨ। ਉਹਦੇ ਵਿੱਚ ਉਹ ਜਿਹੜੀ ਲੈਬ ਹੈ ਨਾ 1000 ਜਿਹੜਾ ਵਾ ਉਹ ਕਰਨਾ ਪੈਂਦਾ ਵਾ ਲਾਇਕ, ਅਤੇ ਉਹ 'ਚ ਮੈਨੂੰ ਨਹੀਂ ਉਹਦਾ ਅਜੇ ਪਤਾ ਵੀ ਕਿੱਦਾਂ ਲਾਇਕ ਹੁੰਦਾ, ਕਿ ਮੈਨੂੰ ਇਹਦੇ ਬਾਰੇ ਨਹੀਂ ਚੈਨਲ ਮੈਂ ਬਣਾ ਲਿਆ ਵਾ, ਪਰਮੇਸ਼ਰ ਜਾਣੇ ਕਿੱਦਾਂ ਲਾਇਕ ਹੋਣਾ ਅਤੇ ਕੀ ਮੈਨੂੰ ਨਹੀਂ ਪਤਾ। ਮੇਰੇ ਚੈਨਲ ਵਿੱਚ ਚੀਜ਼ਾਂ ਬੋਲਣ ਡਈਆਂ, ਪਰ
ਮੈਨੂੰ ਅਜੇ ਪਤਾ ਨਹੀਂ ਲੱਗਦਾ ਵੀ ਲੈ ਕੇ ਤਾਂ ਉਹ ਜਦੋਂ ਮੈਂ ਕਹਿੰਦਾ ਉਹ ਕਹਿੰਦੇ ਤੇਰੀ ਸਟਰੀਮ ਦੇ ਵਿੱਚ ਅਜੇ ਪੂਰਾ ਨਹੀਂ ਹੋਇਆ, ਜਿਹੜੀਆਂ ਸ਼ਰਤਾਂ ਨਹੀਂ ਜਿੱਦਣ ਸ਼ਰਤਾਂ ਪੂਰੀਆਂ ਹੋ ਗਈਆਂ ਜਾਂ ਉਹ ਲਾਇਕ ਹੋ ਗਏ ਨਾ, ਮੈਨੂੰ ਕਿਸੇ ਨੇ ਦੱਸਿਆ ਵੀ ਜੇ ਲਾਇਕ 1000 ਹੋ ਗਏ ਤੇ ਤੇਰਾ ਆਪਣੇ ਆਪ ਹੀ ਲੈ। ਫਿਰ ਤੁਸੀਂ ਜਿੱਥੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਜਿੱਥੇ ਮੋਬਾਈਲ ਖੋਲੋਗੇ, ਮੇਰਾ ਚੈਨਲ ਖੋਲੋਗੇ ਨਾ ਸ਼ੇਰੇ ਪੰਜਾਬ ਰਾਜੇਪਾਲ ਦੀ ਜਮਾਲਪੁਰ, ਉਸੇ ਵੇਲੇ ਤੁਹਾਨੂੰ ਤੁਸੀਂ ਆਪਣੇ ਲੈਬ ਵੀ ਜਿਹੜੀ ਸ਼ੁਰੂ ਸਕਦੇ। ਮੈਂ ਇਸੇ ਕਾਰਨ ਕਰਕੇ ਸ਼ੁਰੂ ਕੀਤਾ, ਮੈਂ ਕੋਸ਼ਿਸ਼ ਕਰਨ ਡਿਆ ਵਾਂ ਕਿ ਉਹ ਛੇਤੀ ਤੋਂ ਛੇਤੀ ਲੈਬ ਚੱਲ ਜੇ। ਨਹੀਂ ਤੇ ਅਜੇ ਮੈਂ ਹਾਲਾਂ ਦੀ ਘੜੀ ਆ ਮੈਂ ਵੀਡੀਓ ਫਿਰ ਬਣਾਉਣ ਡਿਆ, ਇਹ ਵੀਡੀਓ ਮੇਰੀ ਆਪਣੀ ਮੈਂ ਬਣਾ ਕੇ ਤੇ ਮੈਂ ਪਾ ਦੇਣੀ ਆ ਗਰੁੱਪਾਂ ਦੇ ਵਿੱਚ, ਤੁਸੀਂ ਇਹਦੇ ਵਿੱਚ ਸੁਣ ਲਓ। ਮੈਂ ਇਹੀ ਹੁਣ ਇਹ ਅੰਦਾਜ਼ਾ ਲਿਆ ਵੀ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਹਬਲ ਦੇ ਕੰਮ ਤੇ ਜਿਹੜੇ ਹਿਸਾਬ ਨਾਲ ਚੱਲਣ ਡਿਆ ਵਾ, ਪਤਾ ਨਹੀਂ ਵੀ ਮੈਂ ਇਹਦੇ ਵਿੱਚ ਉੱਥੋਂ ਤੱਕ ਪਹੁੰਚਾਂਗੇ ਜਾਂ ਨਾ ਪਹੁੰਚਾਂ, ਮੈਨੂੰ ਇਹ ਬਾਰੇ ਕੋਈ ਪਤਾ ਨਹੀਂ ਗਾ। ਕਿਉਂ ਜਿਹੜਾ ਬਣਿਆ ਵਾ ਨਾ ਹਿਸਾਬ ਕਿਤਾਬ, ਹੁਣ ਤਾਂ ਮੈਂ ਇੱਕੋ ਹੀ ਗੁਰਬਾਣੀ ਦੇ ਆਧਾਰ ਦੇ ਉੱਤੇ ਇੱਕ ਚੀਜ਼ ਲਾਈ ਆ ਕਿ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਹੁਣ ਮਰਨ ਦੀ ਵੀ ਕੋਈ ਚਿੰਤਾ ਨਹੀਂ ਗਾ ਅਤੇ ਜੀਵਨ ਦੀ ਵੀ ਮੈਨੂੰ ਕੋਈ ਆਸ ਨਹੀਂ, ਕਿ ਪਤਾ ਨਹੀਂ ਵੀ ਇੱਥੋਂ ਤੱਕ ਮੈਂ ਇਹ ਸਾਲ ਤੱਕ ਇਹ ਆਪਣਾ ਸੂਬੇ 'ਚ ਕਾਮਯਾਬ ਹੁੰਨਾ, ਮੈਂ ਉੱਥੋਂ ਤੱਕ ਹੁੰਦਾ ਕਿ ਨਹੀਂ। ਕਿਉਂਕਿ ਪਤਾ ਨਹੀਂ ਜਿਹੜੀ ਆ ਹੋਈ ਆ ਕਿਉਂਕਿ ਕਿਸੇ ਦਾ ਵੀ ਵਿਸ਼ਵਾਸ ਨਹੀਂ। ਆ ਜਿਹੜੇ ਬਹੁਤੇ ਡੀਂਗਾ ਮਾਰਦੇ ਨੇ, ਕੰਨ ਖੋਲ੍ਹ ਕੇ ਸੁਣ ਲਓ, ਇਹ ਛੇਤੀ ਵਾਲਾ ਕੰਮ ਨਹੀਂ। ਜਿਹੜੇ ਕੋਈ ਕਹਿੰਦੇ ਨਾ ਲੈ ਜੀ ਛੇਤੀ ਦੁਨੀਆ ਭੁੱਖੀ ਮਰ ਜੂਗੀ ਜੀ, ਇਹ ਖੁੱਲ੍ਹ ਵੀ ਜਾਊਗਾ ਜਿੱਦਣ ਡਾਊਨਲੋਡ ਖੁੱਲ੍ਹ ਗਿਆ ਨਾ। ਚਲੋ ਆਹ ਤਾਂ ਥੋੜ੍ਹਾ ਆਪਣੇ ਦੇ ਇੱਥੇ ਬਚਾਅ ਆ, ਜਿਹੜੀ ਉੱਥੇ ਹਾਲਤ ਹੋ ਰਹੀ ਜਿੱਥੇ ਖੋਲ੍ਹਿਆ ਸੀਗਾ, ਅਤੇ ਕਈ ਦੇ ਉਂਗਲਾਂ 'ਤੇ ਕਹਿੰਦੇ ਵੀ ਬਸ ਠੀਕ, ਅਜੇ ਨਹੀਂ, ਅਜੇ ਤਾਂ ਕੰਮ ਬਹੁਤ ਲੰਮਾ ਚੌੜਾ ਵਾ। ਇਹ ਆਪਣੇ 1 ਸਾਲ ਲੱਗਣੇ ਆ। ਆਏ ਬੀਸਾ ਜਾਏ 21 ਇਹ 20 ਦੇ ਵਿੱਚ ਹੋਣਾ ਅਤੇ 21 ਦੇ ਵਿੱਚ ਅਜੇ ਦੇ 21 ਤੱਕ ਦੇ ਵੀ ਦੱਸਿਆ ਵਾ। ਨਾ ਰਹੇਗੇ ਮੁਹੰਮਦ ਨਾ ਰਹੇਗੇ ਈਸਾ, ਇਹ ਦੱਸਿਆ ਵਾ। ਇਹ ਤਵਾਰੀਖ ਦੀ ਕਹਾਣੀ ਆ। ਆਏਗਾ 2020 ਨਾ ਰਹੇਗੇ ਮੁਹੰਮਦ ਨਾ ਰਹੇਗੇ ਈਸਾ, ਤੇ ਜਾਏਗਾ ਵਿੱਚ 21 ਮਤਲਬ 21 ਦੇ ਵਿੱਚ ਜਾ ਕੇ ਨਿਪਟਾਰਾ ਹੋਣਾ ਵਾ। ਅਜੇ ਬਹੁਤ ਲੰਬਾ ਕੰਮ ਹੈ। ਇਸ ਕਾਰਨ ਕਰਕੇ ਤੋ ਫਿਰ ਅੰਦਾਜ਼ਾ ਲਿਆ ਵੀ ਸੱਚੇ ਪਾਤਸ਼ਾਹ ਚੱਲ ਇਸ ਤਰ੍ਹਾਂ ਹੀ ਸਹੀ ਤੇਰੇ ਗੁਣ ਗਾਉਣੇ ਆ। ਉਹ ਫਿਰ ਮੈਂ ਨਾ ਇੱਕ ਦਿਨ ਇੱਕ ਇਤਿਹਾਸ ਦੀ ਕੜੀ ਜਿਹੜੀ ਮੈਂ ਦੇਖੀ, ਇੱਕ ਇਤਿਹਾਸ ਪੜ੍ਹਿਆ, ਇੱਕ ਮੈਂ ਗ੍ਰੰਥ ਮੈਨੂੰ ਪੜ੍ਹਿਆ, ਉਹਦੇ ਵਿੱਚ ਦੇਖਿਆ ਸੀ ਕਿ ਜਿਹੜੇ ਪਹਿਲੇ ਤਪੀਸ਼ਰ ਜਿਹੜੇ ਪਿਛਲੇ ਰਖੀਸਰ ਹੈ, ਜਿਹੜੇ ਸਾਡੇ ਜਿਹਨਾਂ ਨਾਮ ਜਪਿਆ ਵਾ ਰਿਸ਼ੀ ਮੁਨੀ, ਉਹਨਾਂ ਨੇ ਇਕੱਲੇ ਨੇ ਜਾਪ ਕੀਤਾ। ਗੁਰੂ ਸਾਹਿਬਾਨਾਂ ਦਾ ਵੀ ਆਪਾਂ ਲਾਈਏ ਅਕਾਲ ਦੇ ਵਿੱਚ, ਹੁਣ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਾਬਾ ਬਕਾਲਾ ਸਾਹਿਬ ਦੇ 26 ਸਾਲ 9 ਮਹੀਨੇ 13 ਦਿਨ ਉਹਨਾਂ ਨੇ ਅਕਾਲ ਵਿੱਚ ਇਕੱਲਿਆਂ ਨੇ ਜਾਪ ਕੀਤਾ। ਸਾਡੇ ਰਿਸ਼ੀ ਮੁਨੀ ਜਿੰਨੇ ਆ, ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਪੜ੍ਹੋਗੇ ਨਾ ਬਾਣੀ ਦਾ, ਉਹਦੇ ਵਿੱਚ ਸਿਰਲੇਖ ਪੜ੍ਹੋਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇਹਨਾਂ ਰਿਸ਼ੀਆਂ ਮੁਨੀਆਂ ਦੀਆਂ ਦਿੱਤੀਆਂ ਕਹਾਣੀਆਂ, ਭਗਤਾਂ ਦੀਆਂ ਜਿਨ੍ਹਾਂ ਨੇ ਭਗਤੀ ਕੀਤੀ। ਬਾਬਾ ਫਰੀਦ ਜੀ ਦਾ ਤੁਸੀਂ ਲੈ ਲਓ, ਬਾਬਾ ਕਬੀਰ ਜੀ ਦਾ ਲੈ ਲਓ, ਵੱਡੇ ਰਿਸ਼ੀ ਮੁਨੀ ਜਿਨ੍ਹਾਂ ਦੇ ਵਿੱਚ ਦੁਰਭਾਸ਼ਾ ਰਿਖੀ ਦੀ ਵੀ ਗੱਲ ਆਉਂਦੀ ਹੈ। ਹੋਰ ਵੀ ਬੜੇ ਮੁਨੀਸ਼ਰ, ਬੜੇ ਰਖੀਸ਼ਰ, ਬੜੇ ਜਿਹੜੇ ਨਾਮ ਜਪੀ ਰਸੀ ਬ੍ਰਹਮਚਾਰੀ, ਸਾਰਿਆਂ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਆਉਂਦਾ ਹੈ। ਤੁਸੀਂ ਜਦੋਂ ਚੰਗੀ ਤਰ੍ਹਾਂ ਨੂੰ ਪੜ੍ਹੋਗੇ, ਆਪਾਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਕਿੱਥੋਂ ਤੱਕ ਜਾਣਦੇ ਹਾਂ ਕਿ ਮੱਥਾ ਟੇਕ ਲਿਆ, ਵੀ ਬਾਣੀ ਪੜ੍ਹ ਲਈ, ਨਹੀਂ ਭਾਈ ਇਹਦੇ ਵਿੱਚ ਬੌੜੀਆਂ ਬਹੁਤ ਡੂੰਘਾਈ ਦੀਆਂ। ਇਹਦੇ ਵਿੱਚ ਤੁਸੀਂ ਜਦੋਂ ਇਤਿਹਾਸ ਪੜ੍ਹੋਗੇ ਨਾ, ਕਹਾਣੀਆਂ ਵਾ। ਕਿਉਂਕਿ ਦਾਸ ਨੂੰ ਹੁਣ ਮੌਕਾ ਮਿਲਿਆ ਅਤੇ ਧਿਆਨ ਕਰਨ, ਅਤੇ ਜਦੋਂ ਗ੍ਰੰਥ ਪੜ੍ਹੀ, ਜਦੋਂ ਉਹਦੀ ਵਿਚਾਰ, ਅਤੇ ਫਿਰ ਸੋਝੀ ਆਉਂਦੀ ਜਾਂਦੀ, ਕਪਾਟ ਖੁੱਲ੍ਹਦੇ ਜਾਂਦੇ ਆ। ਕਿਉਂਕਿ 77 ਤੋਂ ਲੈ ਕੇ ਅਤੇ ਪਹਿਲਾਂ ਤਾਂ ਉਹੀ ਜਿੱਦਾਂ ਉਹ ਕਾਂਦੋਲੇ ਪ੍ਰਦੇਸ਼ ਸੀਗਾ, ਨਹੀਂ ਸੀ ਕਿ ਸੋਝੀ ਆ। ਪਿਛਲੇ ਸਾਲ ਥੋੜ੍ਹਾ ਕੁ ਧਿਆਨ ਕੀਤਾ, ਕੁਝ ਹੁਣ ਕਰ ਲਿਆ। ਤੋ ਫਿਰ ਮੈਂ ਆਪਣੇ ਆਪ ਨੂੰ ਕੌਂਸਲਾ ਵੀ ਮਨਾ, ਮੈਂ ਕਿੱਥੇ, ਮੈਂ ਸਾਰੇ ਉੱਤੇ ਹੀ ਸਾਲ ਗਵਾ ਦਿੱਤੇ। ਹੁਣ ਥੋੜ੍ਹੀ ਸੋਝੀ ਆਉਣ ਲੱਗੀ ਆ। ਹੁਣ ਪਤਾ ਲੱਗਣ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਲਿਖਿਆ ਵਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹਾਂਪੁਰਸ਼ਾਂ ਦੀਆਂ ਕਹਾਣੀਆਂ, ਰਿਸ਼ੀਆਂ ਮੁਨੀਆਂ ਦੀਆਂ, ਵੱਡੇ ਜਿਹੜੇ ਰਖੀਸਰ, ਉਹਨਾਂ ਦੀਆਂ ਕਹਾਣੀਆਂ ਆਉਂਦੀਆਂ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਯੁੱਗਾਂ ਦੀਆਂ, ਅਵਤਾਰਾਂ ਦੀਆਂ ਗੱਲਾਂ ਲਿਖੀਆਂ ਨੇ ਸਾਰੀਆਂ। ਆਪਾਂ ਕਿੱਥੋਂ ਤੱਕ ਸੀਮਿਤ ਹਾਂ? ਖੰਡ ਪਾਠ ਰਖਾਉਂਦੇ ਹਾਂ, ਕੋਈ ਸੁਖਮਨੀ ਸਾਹਿਬ ਦਾ ਪਾਠ ਕਰਾਉਂਦੇ ਹਾਂ,
ਕਿੱਥੋਂ ਤੱਕ ਸਹਿਮਤ ਆ, ਕੜਾਹ ਪ੍ਰਸ਼ਾਦ ਤੱਕ ਤੇ ਖਾਣ ਤੱਕ ਰਹਿ ਗਿਆ ਸਾਡਾ। ਅਸੀਂ ਸਾਡੇ ਵਿੱਚ ਇਹੋ ਜਿਹੀ ਘਾਟ ਪੈ ਚੁੱਕੀ, ਮੈਂ ਤੇ ਹੈਰਾਨ ਹੁੰਦਾ ਵਾਂ। ਆਪਾਂ ਇਸ ਨੂੰ ਇੱਕ ਮਜ਼ਮੂਨ ਬਣਾ ਲਿਆ ਹੋਰ ਤਰ੍ਹਾਂ ਦਾ। ਇਹ ਤੇ ਹੈਗੀ ਸੀ ਰੱਬੀ ਬਾਣੀ ਧੁਰਕੀ ਬਾਣੇ ਤਿੰਨ ਸਗਲੀ ਚਿੰਤ ਮਟਾਈ, ਇਹ ਸੀ ਤਵਾਰੀਖ, ਇਹ ਸੀ ਸਮਝਣ ਦੀ ਗੱਲ। ਮਹਾਰਾਜ ਸੱਚੇ ਪਾਤਸ਼ਾਹ ਨੇ ਮਸਾਲਾ ਦੇ ਕੇ ਭਗਤਾਂ ਦੀਆਂ, ਉਹਨਾਂ ਰਖੀਸ਼ਰਾਂ ਦੀਆਂ, ਉਹਨਾਂ ਮਹਾਂਪੁਰਖਾਂ ਦੀਆਂ, ਉਹਨਾਂ ਭਗਤਾਂ ਦੀਆਂ, ਭੱਟਾਂ ਦੀਆਂ, ਜਿਹੜੇ ਬੜੇ ਬੜੇ ਵੱਡੇ ਲਿਖਾਰੀ ਉਹਨਾਂ ਦੀਆਂ, ਜਿਨ੍ਹਾਂ ਨੇ ਜਪ ਕੀਤਾ, ਭਗਤ ਤਰਲੂਪ ਭਗਤ, ਭਗਤ ਪ੍ਰਹਲਾਦ ਜੀ, ਧਰੂਪ ਭਗਤ ਜੀ, ਉਹਨਾਂ ਦੀਆਂ ਮਿਸਾਲਾਂ ਦੇ ਕੇ ਇਹਦੇ ਵਿੱਚ ਥੋੜ੍ਹਾ ਆਪਾਂ ਤਰਕ ਕਰਦੇ ਹਾਂ ਹਿੰਦੂਆਂ ਦੇ ਬਾਰੇ। ਉਹ ਜਿੰਨੀਆਂ ਉਹ ਕਹਾਣੀਆਂ, ਉਹ ਜਿੱਦਾਂ ਕ੍ਰਿਸ਼ਨ ਭਗਵਾਨ ਦੀ ਵਿੱਚ ਗੱਲ ਆਉਂਦੀ, ਰਾਮ ਜੀ ਦੀ ਗੱਲ ਆਉਂਦੀ, ਰਾਮਚੰਦਰ ਦੀ ਗੱਲ ਆਉਂਦੀ, ਹਨੂਮਾਨ ਦੀ ਗੱਲ ਆਉਂਦੀ, ਸੀਤਾ ਦੀ ਗੱਲ ਆਉਂਦੀ ਆ, ਉਹਨਾਂ ਦੇ ਪਿਤਾ ਦੇ ਵੀ ਜਿਹੜੇ ਆ ਦਸ਼ਰਥ, ਜਿਹੜਾ ਉਹਦਾ ਵੀ ਨਾਂ ਆਉਣ ਡਿਆ, ਦਸ਼ਰਥ ਉਹਦਾ ਵੀ ਆਉਣ ਡਿਆ, ਲਛਮਣ ਦਾ ਵੀ ਆਉਣ ਡਿਆ ਵਾ। ਹਰ ਇੱਕ ਦਾ ਜਿਹੜੀਆਂ ਬ੍ਰਹਮਾ ਜੀ, ਵਿਸ਼ਨੂੰ ਜੀ, ਜਿਹੜੇ ਸਾਰੇ ਸ਼ਿਵ ਜੀ, ਸਾਰਿਆਂ ਦੀਆਂ ਆਉਂਦੀਆਂ, ਬੜੇ ਬੜੇ ਰਖੀਸ਼ਰ ਜਿਹੜੇ ਉਹਨਾਂ ਦੀਆਂ ਹਰ ਇੱਕ ਦੀਆਂ ਆਉਂਦੀਆਂ। ਜਦੋਂ ਆ ਜਿਹੜੇ ਸਵਈਏ ਆ ਨਾ, ਜਿਹੜੇ ਮੁਖਵਾਕ ਸਵਈਆ ਮਹੱਲਾ ਪੰਜਵਾਂ, ਪਹਿਲਾ ਦੂਜਾ ਤੀਜਾ ਪੰਜਵਾਂ, ਜਿਹੜਾ ਉਹਦੇ ਵਿੱਚ ਸਾਰਾ ਕੁਝ ਆਉਣ ਡਿਆ ਵਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਉਹਦੇ ਵਿੱਚ ਸਵਈਆਂ ਦੇ ਵਿੱਚ ਬੜੇ ਤਵਾਰਖੇ ਦਿੱਤੀਆਂ ਵਾ, ਹਰ ਇੱਕ ਅਵਤਾਰ ਦੀ ਗੱਲ ਕੀ ਕਹਿ ਲਓ ਜੋ ਚੰਗੀ ਤਰ੍ਹਾਂ। ਹੁਣ ਜਿਹੜੇ ਅੱਜ ਦੇ ਜਿਹੜੇ ਜਿਨ੍ਹਾਂ ਨੇ ਸਾਨੂੰ ਦੱਸਣਾ, ਉਹਨਾਂ ਨੂੰ ਆਪ ਨਹੀਂ ਗਾ ਪਤਾ, ਬੜੀਆਂ ਚਲਾਕੀਆਂ ਕਰਦੇ ਆ ਆਪਣੇ ਆਪ ਦੇ, ਜਿਹੜੇ ਬਣ ਜਾਂਦੇ ਆ ਜਰਾ ਕੋ ਪਾਠ ਥੋੜ੍ਹਾ ਜਾਣਦੇ ਤੇ ਉਹ ਆਪਣੀਆਂ ਹੀ ਲੈ ਤੁਰਦੇ ਆ। ਉਹ ਆਪ ਤਾਂ ਉਹਨਾਂ ਨੂੰ ਆਉਂਦੇ ਹੋਰ ਗਾੜੀ, ਜਿੰਨਾ ਚਿਰ ਸੁੱਧ ਵਿਚਾਰ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਬਾਣੀ ਦਾ ਕਿਸੇ ਦਾ ਹੱਕ ਨਹੀਂ ਪਾਉਂਦਾ। ਤੇ ਮੈਂ ਤਾਂ ਦੇਖਦਾ ਇੱਥੇ ਨਾ ਤੇ ਕੋਈ ਡੱਕਣ ਵਾਲਾ ਨਾ ਕੋਈ ਪੁੱਛਣ ਵਾਲਾ। ਉਹ ਭਲਿਆ ਤੂੰ ਤੇ ਸੁੱਧ ਬਾਣੀ ਪੜ੍ਹਦਾ, ਤੂੰ ਜਿਨ੍ਹਾਂ ਨੂੰ ਗਾੜੀ ਡਾਉਣ ਡਿਆ ਸਪੀਕਰ ਦੇ ਵਿੱਚ, ਤੈਨੂੰ ਪਤਾ ਹੈਗਾ ਵਾ ਵੀ ਇਹ ਤੂੰ ਤੇ ਆਪ ਸਹੀ ਨਹੀਂ ਬੋਲਦਾ, ਤੂੰ ਕਿੱਦਾਂ ਅਗਲੇ ਨੂੰ। ਗੁਰਬਾਣੀ ਦਾ ਇੱਕ ਵੀ ਤੁਕ, ਇੱਕ ਅੱਖਰ ਵੀ ਜਿਹੜਾ ਗਲਤ ਬੋਲਦੇ, ਇਹਦਾ ਸਾਨੂੰ ਦੇਣਾ ਪੈਣਾ ਹਿਸਾਬ ਕਿਤਾਬ। ਮਤ ਸੋਚਿਓ, ਕਹਿੰਦੇ ਨਾ ਕੋਈ ਗੱਲ ਨਹੀਂ ਜੀ, ਕੋਈ ਗੁਰਬਾਣੀ ਆਪੇ ਸਹੀ ਹੋ, ਜੇ ਗਲਤ ਕਿਉਂ ਪੜ੍ਹਨੀ ਗਲਤ। ਤੁਸੀਂ ਮਿਸਾਲ ਦੇ ਤੌਰ 'ਤੇ ਜਦੋਂ ਸਕੂਲ ਦੇ ਵਿੱਚ ਜਾਓਗੇ ਨਾ, ਜਦੋਂ ਤੁਹਾਡੀ ਉੱਥੇ ਦਾਖਲਾ ਸ਼ੁਰੂ ਹੁੰਦਾ, ਐਡਮਿਸ਼ਨ ਲੈਂਦੇ ਜੇ ਅਤੇ ਪੜ੍ਹਾਈ ਜਦੋਂ ਕਰਦੇ ਜੇ, ਅਜੇ ਕੋਈ ਦੁਨਿਆਵੀ ਪੜ੍ਹਾਈ ਆ, ਅਤੇ ਤੁਸੀਂ ਮੈਨੂੰ ਹੁੰਦਾ ਤੇ ਆਪਣਾ ਜਿਹੜੀ ਸਾਡੇ ਵਕਤ ਦੀ ਨਾ, ਸਾਨੂੰ ਤੇ ਡੰਡਾ ਵਗਦਾ ਹੁੰਦਾ ਸੀ, ਮੋਰੇ ਇੱਕ ਅੱਖਰ ਜੇ ਗਲਤ ਕਹਿਣਾ ਅਤੇ ਅਗਲਾ ਉਹ ਡਾਂਡੀਆਂ ਫੇਰਦਾ ਹੁੰਦਾ ਵੀ ਹਿਸਾਬ ਕੋ ਹੁਣੇ ਮਾਰਾਂ ਹੁਣੇ ਵੱਜਦੀਆਂ ਵਾ। ਸਾਨੂੰ ਤਾਂ ਅਸੀਂ ਤਾਂ ਬਹੁਤ ਖਾਧੀਆਂ, ਅਸੀਂ ਤਾਂ ਕੁੱਟਾਂ ਬਹੁਤ ਖਾਧੀਆਂ, ਕੋਈ ਹੱਦ ਹੀ ਨਹੀਂ ਗੀ ਰਹੀ। 75 ਤੱਕ ਬਹੁਤ ਕੁੱਟ ਖਾਧੀ, ਡੰਡੇ ਵੀ ਖਾਧੇ। ਇੱਕ ਅੱਖਰ ਗਲਤ ਬੋਲਦੇ ਸੀ ਨਾ ਜਦੋਂ, ਅਤੇ ਅਗਲਾ ਖੜਾ ਕਹਿੰਦੇ ਉੱਠ ਓਏ, ਗਲਤ ਕੋ ਪੜਿਆ, ਚੱਲ ਖੜਾ, ਫੜ ਕੰਨ, ਅਤੇ ਡੰਡਾ ਵਗਦਾ ਹੁੰਦਾ ਸੀ। ਅਤੇ ਆਹ ਜਿਹੜੇ ਹੁਣ ਬਾਣੀ ਗਲਤ ਪੜ੍ਹਦੇ ਆ ਨਾ, ਜਿਹੜੇ ਕਹਿੰਦੇ ਕੋਈ ਗੱਲ ਨਹੀਂ ਆਪੇ ਮਾਰਾ ਬਖਸ਼ਣਾ, ਅਰਦਾਸਾਂ ਨਾਲ ਨਹੀਂ ਬਖਿਆ ਜਾਣਾ। ਮਤ ਸੋਚੋ ਕਿਤੇ, ਕਈ ਕਹੀ ਜਾਂਦੇ ਆ ਕੋਈ ਗੱਲ ਨਹੀਂ ਜੀ, ਗਲਤ ਹੋ ਗਿਆ ਆਪੇ ਹੌਲੀ ਹੌਲੀ ਨਹੀਂ ਗਾ। ਤੁਸੀਂ ਉਹ ਦੁਨਿਆਵੀ ਪੜ੍ਹਾਈ ਦਾ ਲਾ ਲਓ ਹਿਸਾਬ ਵੀ, ਉੱਥੇ ਇੰਨਾ ਛਿੱਤਰ ਪਟੌਲਾ ਹੁੰਦਾ ਸੀ, ਇੰਨਾ ਡੰਡਾ ਵਗਦਾ ਸੀ, ਅਜੇ ਕਿ ਉਹ ਇੱਕ ਸੰਸਾਰਕ ਪੜ੍ਹਾਈ ਹੈ। ਜੇ ਸਵਾਲ ਕੱਢਣੇ ਜਾਂ ਪੰਜਾਬੀ ਪੜ੍ਹਨੀ ਜਾਂ ਹਿੰਦੀ ਕੋਈ ਪੜ੍ਹਨੀ, ਤਾਂ ਉਹਦੇ ਵਿੱਚ ਡਾਂਗ ਖੜਕਦੀ ਹੁੰਦੀ ਸੀ ਦੁਨਿਆਵੀ ਤੌਰ ਦੇ ਉੱਤੇ। ਵੈਸੇ ਪੰਜਾਬੀ ਅਤੇ ਗੁਰਮੁਖੀ ਅਤੇ ਗੁਰੂ ਸਾਹਿਬ ਦੀ ਹੈ ਨਾ, ਗੁਰਮੁਖੀ ਜਿਹੜੀ ਪੰਜਾਬੀ ਸਾਡੀ ਆਪਣੀ ਗੁਰੂ ਸਾਹਿਬ ਦੀ ਭਾਸ਼ਾ ਵਾ, ਮਾਤ ਭਾਸ਼ਾ ਸਾਡੀ ਆਪਣੀ ਪੰਜਾਬੀ ਗੁਰਮੁਖੀ ਭਾਸ਼ਾ। ਅਤੇ ਜੇ ਹੁਣ ਅੱਜ ਆਪਾਂ ਇਹ ਗੱਲ ਦਾ, ਫਿਰ ਸਾਡੇ ਲੋਕਾਂ ਦੇ ਵਿੱਚ ਪਤਾ ਨਹੀਂ ਕੀ ਘਾਟ ਆ ਗਈ ਆ, ਜਿਹੜੀਆਂ ਗੱਲਾਂ ਉੱਥੇ ਡੱਕਦੀ ਉਹ ਤਾਂ ਆਪਾਂ ਡੀਂਗਾ ਮਾਰਦੇ ਫਲਾਣ। ਜਿਹੜਾ ਇਹੋ ਜਿਹਾ ਜੇ ਗ੍ਰੰਥੀ ਸਿੰਘ ਚੰਗੇ ਹੁੰਦੇ ਨਾ, ਜਦੋਂ ਅਸੀਂ ਉੱਥੇ ਕੈਂਪ ਲਾਇਆ ਨਾ ਪਿਛਲੇ ਸਾਲ, ਗੁਰੂ ਨਾਨਕ ਸਾਹਿਬ ਜੀ ਦੇ ਜਦੋਂ ਉਹਨਾਂ ਨੇ ਮਨਾਇਆ ਸੀਗਾ, ਅਤੇ ਉਹਨਾਂ ਨੇ ਕੈਂਪ ਲਾਇਆ ਸੀਗਾ, ਅਤੇ ਉੱਥੇ 350 ਪਾਠੀ ਸਿੰਘ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਦਾ ਪਹਿਲਾ ਕੈਂਪ ਲਗਾਇਆ ਸੀਗਾ, ਜਿੱਥੇ ਆਪਣਾ ਕੋਤਵਾਲੀ ਉਹਦੇ ਲਾਗੇ ਭਾਈ ਗੁਰਦਾਸ ਜੀ ਦਾ, ਉੱਥੇ 350 ਪਾਠੀ ਸਿੰਘ ਦੇ ਪ੍ਰਚਾਰਕ ਜਿਹੜੇ ਕੀਰਤਨ ਨੂੰ ਕੱਟ ਕੇ ਉਹਨਾਂ ਨੂੰ ਸਿੱਖਿਆ ਦਿੱਤੀ ਸੀਗੀ। ਕਈਆਂ ਮੇਰੇ ਵਰਗਿਆਂ ਨੂੰ ਥੱਲੇ, ਅਤੇ ਕਈ ਮੇਰੇ ਵਰਗੇ ਰਹਿ ਗਏ ਸੀ ਉੱਥੇ। ਕਈ ਉਸ ਤਰ੍ਹਾਂ ਹੀ ਪੈਸੇ 5100 ਰੁਪਈਆ ਦਿੱਤਾ ਸੀ, ਨਾਲ ਸਮਾਨ ਪੱਤਰ ਸਾਡੇ ਕੋਲ ਆ। ਉੱਥੇ ਫਿਰ ਪਤਾ ਲੱਗਾ ਵੀ ਮਨਾ ਇਹ ਤਾਂ ਅਸੀਂ ਕੀ ਕੀਤਾ ਹੈਗਾ ਵੀ ਉੱਥੇ ਥੋੜ੍ਹੀ ਫਿਰ ਉਹਨਾਂ ਕੋਲ ਅਧਿਐਨ ਕਰਿਆ, ਬੜੇ ਵਿਦਵਾਨ ਆਏ ਸੀਗੇ ਉੱਥੇ। ਫਿਰ ਵਿਦਵਾਨਾਂ ਦੇ ਕੋਲ ਕੁਝ ਸਿੱਖਿਆ ਲਈ,
ਤੇ ਥੋੜ੍ਹਾ ਪਤਾ ਲੱਗਾ ਵੀ ਅਸੀਂ ਤਾਂ ਐਵੇਂ ਹੀ ਕੂੜੀ ਤੋਲਦੇ ਰਹੇ ਇੰਨਾ ਚਿਰ 30-32 ਸਾਲ ਜਿਹੜੇ ਉੱਥੇ ਹੀ ਗਏ। ਮਨ ਨੂੰ ਬੜਾ ਦੁੱਖ ਹੋਇਆ ਵੀ ਕੀ ਕੀਤਾ, ਸਿੱਖਿਆ ਨਹੀਂ ਲਈ। ਸਿੱਖਿਆ ਤਾਂ ਲੈਣੀ ਚਾਹੀਦੀ ਆ। ਔਰ ਉਹਨਾਂ ਨੇ ਵਿਦਵਾਨਾਂ ਨੇ ਇਹ ਕਿਹਾ ਸੀਗਾ, ਜਿਹਦੇ ਵਿੱਚ ਜੋਗਿੰਦਰ ਸਿੰਘ ਜੀ ਵਿਦਾਂਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ, ਬਹੁਤ ਹੀ ਵਿਦਵਾਨ, ਇੰਨੀ ਬਾਣੀ ਉਹਨਾਂ ਨੂੰ ਕੰਠ ਆ ਵੀ ਅਸੀਂ 350 ਪਾਠ ਜਿਹੜੇ ਉੱਥੇ ਪੜ੍ਹਨ ਵਾਲੇ ਸੀਗੇ, ਉੱਥੋਂ ਤਾਂ ਅਸੀਂ ਜਾਂਦੇ ਸੀ ਤੁਕ ਬੈਠਿਆ ਆ ਗਲਤ ਹੈ, ਦੁਬਾਰਾ ਬੋਲ, ਅੱਗੇ ਨਹੀਂ ਚੱਲਣਾ। ਹੋਰ ਮਾਰਕੰਡੇ ਵਾਲਾ ਆਏ ਸੀਗੇ ਬਜ਼ੁਰਗ, ਉਹਨਾਂ ਵੀ ਬਹੁਤ, ਉਹਨਾਂ ਹੋਰ ਵੀ ਯੂਨੀਵਰਸਿਟੀ ਦੇ ਬੜੇ ਆਏ ਸੀਗੇ। ਕਹਿਣ ਤੋਂ ਭਾਵ ਉਹਨਾਂ ਨੇ ਇਹਦਾ ਅੰਤਰ ਭਾਵ ਦੱਸੋ, ਬਾਣੀ ਪੜ੍ਹਨੀ ਕਿੱਦਾਂ। ਇਸ ਪਿਆਰਿਓ, ਕਿਤੇ ਤੁਸੀਂ ਚੰਗੀ ਤਰ੍ਹਾਂ ਕਰਿਓ, ਇਹਨੂੰ ਪੜ੍ਹਿਓ, ਅਤੇ ਇੱਕ ਪੰਕਤੀ ਦੇ ਵਿੱਚ 2-2 3-3 ਵਿਸ਼ਰਾਮ ਆ ਇੱਕ ਪੰਕਤੀ ਦੇ ਵਿੱਚ। ਕਈਆਂ ਦੇ 3, ਕਿਸੇ 'ਚ 4 ਵੀ ਆ, 2-3 ਤਾਂ ਮਾਮੂਲੀ ਆ ਨਾ। ਆਪਾਂ ਇੱਕੇ ਲਾਕੀ ਉਹਨੂੰ ਪੜ੍ਹੀ ਜਾਂਦੇ। ਕਈਆਂ ਨੂੰ ਤੇ ਅਜੇ ਜਿਹੜਾ ਇਹਦਾ ਹੈਗਾ ਮੂਲਵਾਨ ਹੈ ਸੁਖਮਨੀ ਸਾਹਿਬ ਦਾ, ਉਹ ਹੀ ਨਹੀਂ ਪੜ੍ਹਨਾ ਆਉਂਦਾ। ਉਹ ਜੋ ਕੋਈ ਪੜ੍ਹ ਆਦਿ ਗੁਰ ਇਨ ਮੈਂ, ਜੁਗਾਦ ਗੁਰ ਇਨ ਮੈਂ, ਸਤਿਗੁਰ ਇਨ ਮੈਂ, ਹੈ ਹੀ ਨਹੀਂ ਗਾ, ਲਿਖਤ ਦੇ ਵਿੱਚ ਹੈ ਹੀ ਨਹੀਂ ਗਾ। ਇਨ ਮੈਂ ਦੀ ਗੱਲ ਹੀ ਕੋਈ ਨਹੀਂ। ਇੱਕ ਮੈਂ ਗੁਰੂ ਪਿਆਰਾ ਇੱਥੇ ਦਾ ਪਿੰਡ ਦਾ, ਉਹ ਸੁਖਮਨੀ ਸਾਹਿਬ ਵਿੱਚ ਆਉਂਦਾ ਵਾ ਜੇ ਪ੍ਰਸਾਦ, ਉਹ ਜੈ ਪ੍ਰਸਾਦ ਹੀ ਕਹੀ ਜਾਂਦਾ। ਉਹਦੀ ਨਾ ਕਿਤੇ ਆਪਣੇ ਆਪ ਨੂੰ ਪਾਠੀ ਘਮਾਉਂਦਾ ਬਹੁਤ ਤਗੜਾ, ਬੜਾ ਚਤਰਾਈ ਵਾਲਾ। ਉਹਦੇ ਜਦੋਂ ਹੀ ਮੁੱਖ ਦੇ ਵਿੱਚ ਇੱਕੋ ਗੱਲ ਨਿਕਲਦੀ ਹੈ ਵਾ, ਜੇ ਸਿਹਾਰੀ ਹਾ ਜੇ ਪ੍ਰਸਾਦ, ਉਹ ਕਹਿੰਦਾ ਜੈ ਪ੍ਰਸਾਦ, ਜੈ ਪ੍ਰਸਾਦ ਤੇਰੀ ਨੀਕੀ ਜਾ, ਜੈ ਪ੍ਰਸਾਦ। ਉਹ ਕੋਲੋਂ ਹੀ ਜੈ ਬਣਾਈ ਜਾਣ ਡਿਆ ਉਹਨੂੰ, ਦਲਾਂ ਵਾਲਾ ਇੱਕ ਅੱਖਰ ਪਿਆਰ ਹੋਏ। ਤੁਸੀਂ ਉਹ ਸੁਣੀ ਹੋਊਗੀ ਤਵਾਰੀਖ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ 6ਵੇਂ ਪਾਤਸ਼ਾਹ ਦੇ ਵਕਤ, ਗੁਰੂ ਗੋਬਿੰਦ ਸਿੰਘ ਦੇ ਵਕਤ ਦੀ ਗੱਲ, ਇੱਕ ਲਗਾ ਮਾਤਰਾ ਜਿਹੜੀ ਸੀ ਉਹ ਗਲਤ ਹੋਈ, ਥੱਪੜ ਵੱਜੇ ਸੀਗੇ। ਉਹ ਕਿਹੜੀ ਸੀਗੀ, ਇੱਕ ਪੰਕਤੀ ਆਉਂਦੀ ਹੈ ਵਿੱਚ, ਕਰਦੇ ਕੀਮਤ ਕਰਤਾ ਜਾਣੇ, ਕਹਿ ਜਾਣੇ ਗੁਰਸੂਰਾ। ਸਿਰਫ ਇੱਕ ਦਲਾਂ ਕੱਟੀ ਸੀ ਅਤੇ ਥੱਪੜ ਵੱਜੇ ਸੀ ਕਿਤੇ ਉਹਨੇ ਪਾਤਸ਼ਾਹ ਦੇ ਵਕਤ ਮਹਾਰਾਜ ਸਿੰਘ ਮੁੱਖ ਹੀ ਮੋੜ ਲਿਆ ਸੀ। ਇੱਕ ਸਿਰਫ ਇੱਕ ਲਾਂ ਦਾ ਫਰਕ ਪਿਆ ਸੀਗਾ। ਕਹਿਣਾ ਸੀਗਾ ਕਰਦੇ ਕੀਮਤ ਕਰਤਾ ਜਾਣੇ, ਕਹਿ ਜਾਣੇ ਗੁਰਸੂਰਾ। ਅਤੇ ਉਹ ਕਹਿੰਦਾ ਸੀ ਸਿੱਖ ਕਰਦੇ ਕੀਮਤ ਕਰਤਾ ਜਾਣੇ, ਕੇ ਜਾਣੇ। ਇੱਕ ਲਾਵਾਂ ਕੱਢਦੀ ਅਤੇ ਇੱਕ ਸਿੱਖ ਬੇੜਾ ਪੱਕਾ ਕਰਦੀ ਅਤੇ ਮਾਰਿਆ ਥੱਪੜ ਮੂੰਹ ਦੇ ਉੱਤੇ। ਬਾਣੀ ਪੜ੍ਹਦਾ ਛੇਤੀ ਭੱਜ ਕੇ ਗੁਰੂ ਪਾਤਸ਼ਾਹ ਦੇ ਗਿਆ, ਦਰਬਾਰ ਦੇ ਗੁਰੂ ਪਾਤਸ਼ਾਹ ਦੇ ਦੀਵਾਨ ਸਤਿਗੁਰੂ ਉੱਥੇ ਸੁਜੋਬਤ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਗਾੜੀ ਉੱਥੇ ਦਾ ਡਾਇਬਾ ਰੌਲਾ ਪਾਉਣ ਵੀ ਮੇਰੇ ਥੱਪੜ ਮਾਰ ਦਿੱਤਾ, ਮੇਰੇ ਥੱਪੜ ਮੈਂ ਬਾਣੀ ਪੜ੍ਹਦਾ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉੱਧਰ ਨੂੰ ਜਾਂਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਵੇਲੇ ਮੁੱਖ ਨਹੀਂ ਕਰਦੇ। ਜਦੋਂ ਉਹਦੇ ਨਾਲ ਆਪਣੇ ਉਹਦੇ ਚਤਰਾਈ ਕਰਨ ਕਰਕੇ ਦੱਸਣ ਗਿਆ, ਮਹਾਰਾਜ ਸਿੰਘ ਦੂਜੇ ਬੰਨੇ ਮੁੱਖ ਕਰ ਲਿਆ, ਉਧਰ ਗਿਆ ਮਹਾਰਾਜ ਦੂਜੇ ਬੰਨੇ ਬੋਲਿਆ, ਤੀਜੇ ਬੰਨੇ ਗਿਆ, ਤੀਜੇ ਬੰਨੇ ਬੋਲਿਆ। ਅਖੀਰ ਉੱਥੇ ਢਹਿ ਪਿਆ ਆਣ ਕੇ ਚਰਨਾਂ ਵਿੱਚ ਡੇ ਪਿਆ। ਸੱਚੇ ਪਾਤਸ਼ਾਹ ਕੀ ਗੁਸਤਾਖੀ ਹੋ ਗਈ, ਮੈਂ ਤਾਂ ਆਪ ਜੀ ਕੋ ਸ਼ਿਕਾਇਤ ਲਾਉਣ ਵਾਸਤੇ ਆਇਆ। ਮੈਂ ਬਾਣੀ ਪੜ੍ਹਨ ਡਿਆ ਸੀਗਾ 5 ਗ੍ਰੰਥੀ ਦੇ ਉੱਤੋਂ, ਅਤੇ ਇਹ ਵੇਖੋ ਮਹਾਰਾਜ ਮੇਰੇ ਚਪੇੜ ਮਾਰ ਦਿੱਤੀ, ਮੇਰੇ ਥੱਪੜ ਮਾਰਤਾ। ਮੈਂ ਜਪਜੀ ਸਾਹਿਬ ਦੇ ਉਹ ਜਿਹੜੀ ਬਾਣੀ ਉਹਦਾ ਮੈਂ ਜਾਪ ਕਰ ਰਿਹਾ ਸੀਗਾ। ਇਹ ਕੁਛ ਮੇਰੇ ਨਾਲ ਹੋਇਆ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਕੀ ਕਰ ਦਿੱਤਾ, ਤੁਸੀਂ ਮੁੱਖ ਮਾਰੀ ਜਾਂਦੇ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਾਹਦਾ ਤਰਾਜ, ਕੀ ਤੈਨੂੰ ਇਹਦੇ ਵਿੱਚ ਕੀ ਤਲਖੀ ਹੋਈ ਆ, ਕੀ ਹੋ ਗਿਆ ਥੱਪੜ ਵੱਜਾ ਕੇ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਲੋਕ ਬਾਣੀ ਪੜ੍ਹਦਾ ਵਾਂ, ਬਾਣੀ ਪੜ੍ਹਨ ਲੱਗੇ ਨੂੰ ਕੋਈ ਥੱਪੜ ਥੋੜ੍ਹਾ ਮਾਰਦਾ। ਮਹਾਰਾਜ ਕਹਿੰਦੇ ਫਿਰ ਥੱਪੜ ਤੂੰ ਜੋ ਥੱਪੜ ਖਾਣ ਵਾਲੇ ਕੰਮ ਦੇ ਥੱਪੜੀ, ਕਹਿੰਦੇ ਜੇ ਤੂੰ ਥੱਪੜ ਮਾਰੇ ਆ ਅਤੇ ਤੈਨੂੰ ਥੱਪੜਾਂ ਦਾ ਪਤਾ, ਤੈਨੂੰ ਇਹ ਨਹੀਂ ਪਤਾ ਵੀ ਗੁਰੂ ਨਾਨਕ ਦੀ ਇੱਕ ਬਾਣੀ ਦਾ ਜਿਹੜਾ ਤੂੰ ਨਰਾਦਰ ਕੀਤਾ, ਕਹਿੰਦਾ ਕੀ ਜੀ, ਕਹਿੰਦਾ ਤੂੰ ਅੰਗ ਭੰਨਿਆ ਸੱਚੇ ਪਾਤਸ਼ਾਹ ਜੀ ਦਾ। ਉਹ ਬੜਾ ਹੈਰਾਨ ਹੋ ਗਿਆ, ਕਹਿੰਦਾ ਸੱਚੇ ਪਾਤਸ਼ਾਹ ਗਲਤੀ ਹੋ ਗਈ। ਉਹਨਾਂ 'ਚ ਉਹਨੂੰ ਸਿੱਖ ਵੀ ਆ ਗਿਆ। ਦੂਜਾ ਜਿਹਨੇ ਮਾਰਾ ਹੀ ਥੱਪੜ, ਉਹ ਕਹਿੰਦਾ ਹਾਂਜੀ ਕਈ ਕਹਿੰਦੇ ਥੱਪੜ, ਕੋਈ ਕਹਿੰਦੇ ਉੱਤਾਂ ਝਿੜਕਿਆ। ਵੇਖੋ ਸੱਚੇ ਪਾਤਸ਼ਾਹ ਜਾਣਦਾ ਕਿ ਇਤਿਹਾਸ ਕਰਨ ਦੀ ਗੱਲ ਪਰਤੋੜ ਆ ਗਈ। ਉਹ ਜਦੋਂ ਮਾਰਿਆ ਨਾ ਉਹ ਵੀ ਆ ਗਿਆ, ਕਹਿੰਦਾ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੇਰੀ ਸ਼ਿਕਾਇਤ ਆਈ ਆ। ਕਹਿੰਦਾ ਮਾਰਿਆ ਮੈਂ ਇਹਨੂੰ ਪੁੱਛੋ ਆ ਪੜ੍ਹਨ ਕੀ ਡਿਆ, ਇਹ ਤੁਹਾਡੀ ਬਾਣੀ ਦਾ ਅੰਗ ਦਾ, ਗੁਰੂ ਨਾਨਕ ਸਾਹਿਬ ਦੀ ਬਾਣੀ ਦੇ, ਗੁਰੂ ਸਾਹਿਬ ਜੀ ਦੀ ਬਾਣੀ ਦਾ ਨਰਾਦਰ ਕਰ ਲਿਆ, ਮੇਰੇ ਕੋਲ ਨਹੀਂ ਨਰਾਦਰ ਚੱਲਿਆ, ਮੈਂ ਮਾਰਤਾ ਥੱਪੜ। ਫਿਰ ਕਹਿੰਦੇ ਦੱਸ ਕੀ ਸੀ। ਉਹ ਫਿਰ ਉਹਨੂੰ ਦੱਸਿਆ ਵੀ ਆਹ ਪੜ੍ਹੋ। ਉਹ ਲਿਆਂਦਾ ਉਹਨਾਂ ਜਿਹੜੇ ਜਾਪ ਜਿਹੜਾ ਕਰ ਸੀ ਗੁਟਕਾ ਜਾ, ਉਹਦੇ ਵਿੱਚ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਆ ਵੇਖੋ ਆ ਲਿਖਿਆ ਕਰਤੇ ਕੀਮਤ ਕਰਤਾ ਜਾਣੇ, ਕਹਿ ਜਾਣੇ ਗੁਰਸੂਰਾ। 2 ਦਲਾਈਆਂ ਲੱਗੀਆਂ ਕੱਕੇ ਨੂੰ ਅਤੇ ਕਹਿ ਵਾ। ਇਹ ਕਹਿੰਦਾ ਕੇ ਜਾਣੇ, ਇਹਨੇ ਇਹ ਜਿਹੜਾ
ਬਹੁ ਵਜਨ ਨੂੰ ਘਟਾ ਕੇ ਇੱਕ ਦੇ ਵਿੱਚ ਕਰਤਾ ਤੇ ਇੱਕ ਲਾਈਂਗ ਤੋਂ ਕੱਢ ਤੇ ਫਿਰ ਥੱਪੜੀ ਖਾਣੇ ਆ। ਸੱਚੇ ਪਾਤਸ਼ਾਹ ਕਹਿੰਦੇ ਚੱਲ ਜਾਣ ਦੇ। ਫਿਰ ਉਹ ਚੜਨੀ ਪੈ ਗਿਆ, ਸੱਚੇ ਪਾਤਸ਼ਾਹ ਮੈਨੂੰ ਗਲਤੀ ਹੋ ਗਈ। ਇਹ ਜਿਹੜੇ ਲੋਕ ਕਹਿੰਦੇ ਨਾ ਕੋਈ ਗੱਲ ਨਹੀਂ ਜੀ ਆਪੇ ਠੀਕ ਹੋ ਜਾਊਗਾ ਜੀ, ਭੁੱਲਣਾ ਡਰਿਆ ਸਭ, ਉਹ ਤੁਹਾਡੇ ਭੁੱਲਣ ਨਾ ਡਰੋ। ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹ ਕੇ ਦੇਖੋ, ਇਤਿਹਾਸ ਪੜ੍ਹ ਕੇ ਵੇਖੋ, ਇੱਕ ਅੱਖਰ ਦੇ ਨਾਲ ਇਹ ਕੁਝ ਹੋਇਆ ਤੇ ਤੁਹਾਡੇ ਨਾਲ ਨਹੀਂ ਹੋ ਸਕਦਾ। ਤੁਸੀਂ ਆ ਦੁਨਿਆਵੀ ਤੌਰ ਦੀ ਪੜ੍ਹਾਈ ਦੇ ਉੱਥੇ ਤੁਹਾਨੂੰ ਡਾਂਗਾਂ ਤੇ ਡੰਡੇ ਖੜਕਦੇ ਹੁੰਦੇ ਸੀ, ਹੁਣ ਵੀ ਵੱਜਦੇ ਕਈਆਂ ਥਾਵਾਂ 'ਤੇ। ਹੁਣ ਤਾਂ ਵੈਸੇ ਨਹੀਂ ਖਾਂਦੇ, ਤੇ ਮਾਸਟਰ ਨੂੰ ਮਾਰਦੇ ਗਾੜੀ ਉਸਤਾਦ ਨੂੰ। ਅਸੀਂ ਤਾਂ ਬਹੁਤ ਖਾਂਦੇ, ਅਸੀਂ ਤਾਂ ਸਾਨੂੰ ਤਾਂ ਜਿਹੜੀ ਅਜੇ ਤੱਕ ਵੀ ਸਾਡੇ ਹੱਥ ਜਿਹੜੇ ਅਜੇ ਤੱਕ ਵੀ ਕਈ ਵਾਰ ਕੰਬ ਜਾਂਦੇ ਆ। ਤੂਰ ਦੀਆਂ ਸੋਟੀਆਂ ਵੱਜਦੀਆਂ ਸੀ, ਕੰਨ ਫੜਾ ਲੈਣੇ, ਮੁਰਗੇ ਬਣਾਉਣਾ, ਫਿਰ 2-2 ਘੰਟੇ ਖਿਲਾਰ ਛੱਡਣਾ, ਖੜੇ ਰੱਖਣਾ ਵੀ ਜਿੰਨਾ ਚਿਰ ਸਹੀ ਨਹੀਂ ਕਰੇਗਾ। ਅਤੇ ਤੁਸੀਂ ਕਿਹੜੇ ਬਾਗ ਦੀ ਮੂੜੀ ਜੇ ਜਿਹੜੇ ਆ ਗਲਤ ਬਾਣੀ ਪੜ੍ਹਦੇ ਆ। ਸਭ ਤੋਂ ਵੱਡਾ ਮੁੱਢ ਵਿਦਵਾਨ ਦਾਸ ਵਡਾਂਤੀ ਸਾਹਿਬ ਜੀ ਕਹਿੰਦੇ ਹੁੰਦੇ ਸੀਗੇ, ਮਾਰਕੰਡੇ ਵਾਲਾ ਜਿਹੜੇ ਸੀ ਸਾਧ ਸਿੰਘ, ਉਹ ਵੀ ਕਹਿੰਦੇ ਜੇ ਇੱਕ ਗਲਤੀ ਸੁਧਾਰ ਦਿਓਗੇ ਨਾ ਤੇ 500 ਗਲਤੀ ਸੁਧਰ ਜਾਂਦੀ। ਇੱਕ ਤੁਕ 500 ਕਈ ਵਾਰ ਆਉਂਦੀ ਆ। ਕਹਿੰਦੇ ਤੁਸੀਂ ਇੱਕ ਜੇ ਤੁਸੀਂ ਸਹੀ ਪੜ੍ਹੋਗੇ ਨਾ ਉਚਾਰਨ। ਔਰ ਸਭ ਤੋਂ ਮੂਲ ਮੰਦਾ ਵਾ ਗ੍ਰੰਥੀ ਸਿੰਘ ਗੁਰਦੁਆਰਿਆਂ ਦੇ, ਇਹਨਾਂ ਨੇ ਸਿੱਖਿਆ ਦੇਣੀ। ਇਸ ਕਾਰਨ ਕਿ ਉਹਨਾਂ ਨੇ ਕੈਂਪ ਲਾਇਆ ਸੀਗਾ ਪਿਛਲੇ ਸਾਲ, 3 ਕੈਂਪ ਲਗਾਏ ਸੀ 3 ਤਖਤਾਂ ਦੇ ਉੱਤੇ। ਅਤੇ ਪਿਆਰੋ ਅੱਜ ਕੀ ਹਾਲਤ ਹੋਈ ਹੈ। ਇਹ ਪਾਠੀ ਸਿੰਘਾਂ ਨੂੰ ਪੁੱਛ ਕੇ ਦੇਖੋ, ਬੜੀਆਂ ਡੀਂਗਾਂ ਮਾਰਦੇ, ਬੜੀਆਂ ਹੇਕਾਂ ਲਾਉਂਦੇ ਆ। ਉਹ ਤੁਸੀਂ ਇਹਦੇ ਸਿੱਖਿਆ ਨਹੀਂ ਲਈ, ਤੁਹਾਨੂੰ ਪਤਾ ਨਹੀਂ। ਤੁਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦਾ ਆਪ ਵੀ ਨਿਰਾਦਰ ਕਰਦੇ ਹੋਣਾ, ਤੁਸੀਂ ਆਪ ਹੀ ਨਹੀਂ ਤੁਸੀਂ ਤੇ ਉਹਦੀਆਂ ਪੰਕਤੀਆਂ ਜਿਹੜੀਆਂ ਉਹਦੇ ਜਿਹੜੀ ਤੁਹਾਨੂੰ ਇੰਨਾ ਵੀ ਨਹੀਂ ਪਤਾ ਇਹ ਵਿਸ਼ਰਾਮ ਕਿੰਨਾ ਲੱਗਣਾ। ਇੱਥੇ ਲਾਵਾਂ ਵੀ ਤੁਸੀਂ ਮੁੰਨ ਕਰਕੇ ਪਹਿਲੀ ਗੱਲ ਤਾਂ ਪੱਲੇ ਪਾਉਂਦੇ ਨਹੀਂ ਜੀ ਕਿਸੇ ਦੇ, ਨਾ ਕੋਈ ਸੁਣਨ ਵਾਲਾ ਅਤੇ ਨਾ ਕੋਈ ਸੁਣਾਉਣ ਵਾਲਾ। ਅਤੇ ਜੇ ਆਪਾਂ ਭੁੱਲ ਚੁੱਕੇ ਤੇ ਅਖੰਡ ਪਾਠ ਰੱਖ ਹੀ ਲਿਆ ਅਤੇ ਉਦੋਂ ਸਾਡਾ ਸਾਰਾ ਰੌਲਾ ਰੱਪੇ ਵੱਲ ਲੰਗਰਾਂ ਦੇ ਲੰਗਰ ਵੰਡ ਦਿਓ ਜੀ, ਉਹ ਫਲਾਣਾ ਤੂੰ ਰੋਟੀ ਖਾ ਲਾ, ਉਹ ਤੈਨੂੰ ਰੋਟੀ ਨਹੀਂ ਮਿਲੀ, ਉਹ ਚੱਲ ਤੂੰ ਉੱਥੇ ਚੱਲ। ਬਾਣੀ ਦਾ ਤਾਂ ਆਪਾਂ ਨਿਰਾਦਰ ਕਰਨ ਦੇ ਹਾਂ। ਇਹ ਤਾਂ ਤੁਸੀਂ ਕਵਿਤਾ ਵੀ ਸੁਣ ਲਈਆਂ ਵੀ ਇਕੱਲਾ ਭਾਈ ਰਹਿ ਜਾਂਦਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਆ ਨਾ, ਇਹਨੂੰ ਪੜ੍ਹੋਗੇ, ਸੁਣੋਗੇ, ਵਿਚਾਰ ਕਰੋਗੇ, ਫਿਰ ਤੁਹਾਨੂੰ ਇਹਦੇ ਵਿੱਚ ਪੂਰੀ ਮਿਲ ਜੂ। ਇਹ ਕਾਰਨ ਕਰਕੇ ਪਿਆਰੋ ਬਹੁਤ ਵੱਡਾ ਮੈਂ ਕੀ ਦੱਸਾਂ। ਜਿੱਦਣ ਪਾਠੀ ਸਿੰਘ ਸਹੀ ਹੋ ਗਏ ਨਾ, ਅਤੇ ਸੁਣਨ ਵਾਲਾ ਵੀ ਅਤੇ ਸੁਣਾਉਣ ਵਾਲਾ ਵੀ ਸਹੀ ਜਣਾ। ਜਦੋਂ ਸੁਣਾਉਣਾ ਹੀ ਗਲਤ ਉਹਨਾਂ ਤਾਈਓ ਅਸਰ, ਤਾਈਓ ਤਾਂ ਕੋਈ ਸੁਣਦਾ ਨਹੀਂ, ਤਾਈਓ ਤਾਂ ਇਹ ਲੋਕ ਕਹਿੰਦੇ ਆ ਤੂੰ ਰੌਲਾ ਪਾਉਣਾ ਬੰਦ ਕਰ ਦੇ ਸਪੀਕਰ। ਡੀਜੇ ਭਾਵੇਂ ਸਾਰੀ ਰਾਤ ਚੱਲ ਜਾਣਾ, ਉਹਦੇ 'ਚੋਂ ਮਾਰਨ ਕਰ ਦਿੱਤੀ ਕਿਰਪਾ। ਆ ਬੰਨੇ ਤੇ ਕਿੰਨੀ ਆਤਮ ਮਚਾਉਂਦੇ ਹੁੰਦੇ ਸੀ, ਖੁਦ ਹੀ ਕਰਦੇ ਸੀ। ਖੁਦੀ ਦਾ ਫਿਰ ਖੁਦਾ ਦੇ ਫਿਰ ਉਹਨੇ ਫਿਰ ਬਣਨਾ ਆ। ਇਹ ਸਾਡੀਆਂ ਖੁਦੀਆਂ ਗਾੜੀ ਆਈਆਂ ਅਸਲੀ ਜਿਹੜੀਆਂ। ਹੁਣ ਕਿੱਧਰ ਉੱਡ ਗਏ ਡੀਜੇ, ਹੁਣ ਨਹੀਂ ਵਜਾਉਂਦੇ। ਹੁਣ ਡੀਜੇ ਕਿੱਧਰ ਚਲ ਗਏ। ਵਿਆਹ ਵੀ ਹੁੰਦੇ ਆ, ਹੁਣ ਤਾਂ ਪਤਾ ਨਹੀਂ ਲੱਗਦਾ ਵਿਆਹ ਹੋਇਆ ਕਿ ਨਹੀਂ। ਅਜੇ ਵੀ ਆਪਾਂ ਕਮਕੋਸ਼ੀਆਂ ਕਰਦੇ ਹਾਂ। ਮੈਂ ਦੇਖਦਾ ਵਾਂ ਅਜੇ ਵੀ ਸਾਡੀ ਮੌਤ ਨਹੀਂ ਸਾਨੂੰ ਯਾਦ ਹੁੰਦੀ ਵੀ ਅਸੀਂ ਕੀ ਕਰਨ ਡਏ ਹਾਂ। ਅਜੇ ਵੀ ਉਹ ਜਿਹੜੀ ਗੱਲ ਤੋਂ ਵਜੇ ਅਜੇ ਵੀ ਉਸੇ ਤਰ੍ਹਾਂ, ਅਜੇ ਵੀ ਕਈਆਂ ਵਿੱਚ ਰਾਗ। ਇਹ ਬਹੁਤ ਮਾੜਾ ਕੰਮ ਆ, ਇਹਦੇ ਵਿੱਚ ਸਾਡਾ ਨੁਕਸਾਨ ਆ। ਜੇ ਇੱਕ ਵੀ ਕਿਸੇ ਨੂੰ ਹੱਥ ਲੱਗ ਗਿਆ ਨਾ ਤੇ ਲਾਈਨਾਂ ਹੀ ਲੱਗਦੀਆਂ, ਫਿਰ ਚੁੱਕ ਕੇ ਲੈ ਜਾਂਦੇ ਆ। 15 ਦਿਨ ਦਾ ਉੱਤੇ ਬਰਮਾਸ਼ ਦਿੰਦੇ। ਉਹ 14 ਸਾਲ ਦੇ 14 ਦਿਨ ਦਾ ਤੇ ਰੱਖਦੇ ਹੀ ਨਾ, ਕਹਿੰਦੇ ਪਹਿਲਾਂ ਵੇਖਦੇ ਆ ਤੇਰੀ ਇੱਥੇ ਰੱਖ ਕੇ, ਫਿਰ ਤੈਨੂੰ ਵੇਖਾਂਗੇ ਤੈਨੂੰ ਹੈਗੀ ਜਾਂ ਨਹੀਂ। ਕਾਹਦੀਆਂ ਢਾਣ ਕਿਉਂ ਆਪਾਂ ਜੁੜਦੇ ਇੱਕ ਦੂਜੇ ਨਾਲ, ਕਿਉਂ ਕਾਹਦੀ ਸਾਨੂੰ ਖੁਸ਼ੀ ਚੜੀ ਆ। ਕੰਮ ਤਾਂ ਫਿਰ ਉਹੀ ਹੋ ਗਿਆ। ਜੇ 100 ਇਕੱਠੇ ਹੋਣਾ ਤੇ ਫਿਰ ਕਤਰਤਾਈ ਤੇ ਫਿਰ ਤੁਹਾਡਾ ਫਾਇਦਾ ਕੀ ਹੋਇਆ। ਫਿਰ ਲੋਕਡਾਊਨ ਦਾ ਕੀ, ਫਿਰ ਉਹ ਜਿਹੜੇ ਐਡੇ ਜਿਹੜੇ ਮਾਰ ਆ ਉਹਨਾਂ ਕਹਿੰਦਾ ਤਾਂ ਫਾਇਦਾ ਕੋਈ ਨਹੀਂ। ਕਿਉਂ ਆਪਾਂ ਹੁਣ ਮੈਂ ਹੀ ਆ, ਚਲੋ ਹੁਣ ਇੱਥੇ ਮੈਂ ਹੁਣ ਜਿੱਦ ਕਰੀ ਜਾਂ ਬਈ ਨਹੀਂ ਜੀ ਸਾਨੂੰ ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਦਿਨ ਹੀ ਤਾਂ ਮਨਾਉਣਾ। ਅਤੇ ਫਿਰ ਇਹਦੇ ਵਿੱਚ ਮੈਂ ਕੌਣ ਇਕੱਲਾ ਬੈਠ ਕੇ ਹੁਣ ਡਹਿ ਪਿਆ ਵੀ ਮੈਨੂੰ ਤਾਂ ਨਾ ਮੈਨੂੰ ਸਪੀਕਰ ਦੀ ਲੋੜ ਅਤੇ ਨਾ ਮੈਨੂੰ ਬਾਜੀ ਦੀ ਲੋੜ, ਅਤੇ ਨਾ ਮੈਂ ਕਿਸੇ ਮੈਂ ਤਾਂ ਆਪਣੇ ਆਪ ਜਿੰਨਾ ਮੇਰੇ ਕੋਲ ਮੈਂ ਕਰੀ ਜਾਣਾ। ਹੁਣ ਪਰ ਨਹੀਂ ਸਾਲ ਆ, ਜੇ ਜ਼ਿੰਦਗੀ ਰਹੀ ਤਾਂ 15 ਸਾਲ ਨਹੀਂ ਇੱਦਾਂ ਕਰਨਾ ਪੈਣਾ। ਅਤੇ ਹੁਣ ਮੈਂ ਇਹ ਕਹਾਂ ਵੀ ਨਹੀਂ ਜੀ ਮੈਂ ਇਤਨਾ ਹੀ ਕਰਨਾ ਜੀ, ਮਹਾਰਾਜ ਦੀ ਬਾਣੀ ਆ ਜੀ, ਕੀਰਤਨ ਕਰਨਾ ਜੀ, ਉੱਥੇ ਕਿਉਂ ਕਰਨਾ। ਇਕੱਲਾ ਹੀ ਆ। ਹਿਰਦੇ ਨਾ ਵਸਾਇਓ ਘਰ ਬੈਠੇ ਗੁਰੂ ਤੇ ਐਤ ਭਾਈ ਗਦਾਰ ਨੇ ਕਿਹਾ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋ। ਘਰ ਦੇ ਵਿੱਚ ਧਰਮਸ਼ਾਲਾ ਬਣਨਾ, ਗੁਰੂ ਦਾ ਨਾਮ ਲੈਣਾ, ਘਰ ਦੇ ਵਿੱਚ ਬੈਠ ਕੇ ਲੈ ਲਓ। ਇਹਨਾਂ ਦੇ ਜੰਗਲਾਂ ਬੇੜਿਆਂ ਦੇ ਵਿੱਚ ਬਾਬੇ ਫਰੀਦ ਦੀ ਮੈਂ ਕਹਾਣੀ ਪੜ੍ਹੀ, ਬਾਬੇ ਜੀਵਨ ਪੜ੍ਹਿਆ ਬਾਬੇ ਫਰੀਦ ਦਾ। ਕਿੰਨਾ ਚਿਰ 38 ਸਾਲ ਜਿਹੜੇ ਉਹਨਾਂ ਦੇ ਬਣਦੇ ਆ। 38 ਸਾਲ ਉਹਨਾਂ ਨੇ ਬਹੁਤ ਤਪੱਸਿਆ। 31 ਤੇ 5 ਸਾਲ ਸੀ ਇੱਕ ਜਿਹੜੇ ਵੱਖਰੇ।
ਉਹਨਾਂ ਨੇ ਬਹੁਤ ਜ਼ਿਆਦਾ 42 ਸਾਲ ਦਾ ਉਹਨਾਂ ਦਾ ਜਿਹੜਾ ਵਕਤ ਬਣਦਾ ਵਾ ਸਾਰਾ ਹੀ। ਅਤੇ ਜਿੰਨੀ ਕੁ ਬਜ਼ੁਰਗੀ ਤੱਕ ਉਹਨਾਂ ਨੇ ਬੜੀ ਘਾਲਣਾ ਕੱਢੀ ਉਹਨਾਂ ਦਾ। ਮੈਂ ਤੁਹਾਨੂੰ ਸੁਣਾਊਂਗਾ ਵੀ ਉਹਨਾਂ ਦਾ ਜਨਮ ਕਿੱਥੇ ਹੋਇਆ ਅਤੇ ਕਿੱਥੇ ਕਿੱਥੇ ਪਰਵਰਿਸ਼ ਹੋਈ। ਕਿਤੇ ਮਹਾਰਾਜ ਕਿਰਪਾ ਕਰੇ ਉਹਦਾ ਇਤਿਹਾਸ ਮੈਂ ਅਗਲੀ ਕਿਸੇ ਪ੍ਰਸੰਗ ਜਾਂ ਕੜੀ ਦੇ ਵਿੱਚ ਸੁਣਾਵਾਂਗਾ। ਪਟਨਾ ਸਾਹਿਬ ਦੇ ਬਾਰੇ ਮੇਰੇ ਕੋਲ ਇੱਕ ਇਤਿਹਾਸ ਮਿਲਿਆ, ਮੈਂ ਉਹ ਪਟਨਾ ਸਾਹਿਬ ਦੀ ਤੁਹਾਨੂੰ ਕਹਾਣੀ ਸੁਣਾਊਂਗੀ। ਪਟਨਾ ਸਾਹਿਬ ਇਹਦੇ ਕਦੋਂ ਬਣਿਆ, ਇਹ ਕਦੋਂ ਦਾ, ਇਹ ਜਿਹੜਾ ਹੈਗਾ ਵਾ ਇਹ ਪਟਨਾ ਸਾਹਿਬ ਦਾ ਕਿੱਥੋਂ ਇਤਿਹਾਸ ਚੱਲਦਾ, ਇਹਦੇ ਬਾਰੇ ਵੀ ਥੋੜ੍ਹਾ ਅਧਿਐਨ ਕੀਤਾ ਵਾ। ਇਹਦੇ ਕਿੰਨੇ ਨਾਂ ਸੀ, ਇਹਦਾ ਪਹਿਲਾ ਨਾਂ ਕੀ ਸੀ ਪਟਨਾ ਸਾਹਿਬ। ਇੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਰੇ ਕਿਉਂ ਜਨਮ ਧਾਰਨ ਕੀਤਾ, ਇੱਥੇ ਜਾ ਕੇ ਬਿਹਾਰ ਦੇ ਵਿੱਚ ਕਈ ਕਿੰਨੇ ਬਿਹਾਰ 'ਚ ਗਏ, ਇਹ ਪਿਛਲਾ ਹਿਸਾਬ ਕਿਤਾਬ ਆਉਂਦਾ ਸਾਰਾ ਹੀ। ਇਹ ਦੁਆਪਰ ਯੁੱਗ ਦਾ ਵਾ ਇਹ ਜਿਹੜਾ ਪਟਨਾ ਸਾਹਿਬ ਹੈ। ਇਹਦਾ ਨਾਂ ਪਹਿਲਾ ਪਾਟਲੀ ਪੁੱਤਰ ਹੈ, ਇਹਦਾ ਨਾਂ ਪਾਟਲੀ ਪੁੱਤਰ, ਤਾਂ ਹੀ ਪਟਨਾ ਸਾਹਿਬ ਹੈ ਇਹਦਾ ਪਹਿਲਾ ਨਾਮ। ਇਹ ਗੰਗਾ ਦੇ ਕਿਨਾਰੇ ਆ। ਇਹ ਉੱਥੇ ਸਾਰੀ ਤਵਾਰੀਖ ਇਹਦੀ ਸੁਣਾਊਂਗਾ ਤੁਹਾਨੂੰ ਕਿਤੇ ਮਹਾਰਾਜ ਕਿਰਪਾ ਕਰੇ। ਹਜ਼ੂਰ ਸਾਹਿਬ ਦੀ ਤਵਾਰੀਖ ਉਹ ਸੁਣਾਵਾਂਗਾ ਕਿ ਹਜ਼ੂਰ ਸਾਹਿਬ ਕਿਵੇਂ ਬਣਿਆ, ਇੱਥੇ ਕੀ ਸੀ, ਕਦੋਂ ਦਾ ਇਹ ਸੰਬੰਧ ਹੈ ਹਜ਼ੂਰ ਸਾਹਿਬ ਦੇ ਨਾਲ। ਐਵੇਂ ਨਹੀਂ ਉਹਦੇ ਪਾਤਸ਼ਾਹ ਜੀ ਹਜ਼ੂਰ ਸਾਹਿਬ ਗਏ। ਕਈ ਕਹਿੰਦੇ ਜੀ, ਕਈ ਹੈਗੇ ਤਰਕ ਕਰਦੇ ਆ ਜਿਨ੍ਹਾਂ ਨੂੰ ਪਤਾ ਨਹੀਂ, ਉਹ ਕਹਿੰਦੇ ਲੈ ਪੰਜਾਬ ਦੇ ਵਿੱਚ ਧਰਤੀ ਨਹੀਂ ਹੈਗੀ, ਦਮਦਮਾ ਸਾਹਿਬ ਦੇ ਉੱਥੋਂ ਮਹਾਰਾਜ ਲੁੱਕ ਕੇ ਭੱਜ ਕੇ ਕਈ ਇਹੋ ਜਿਹੇ ਸਿਰ ਫਿਰੇ ਆ। ਉਹ ਕਹਿੰਦੇ ਮਹਾਰਾਜ ਲੋਕੇ ਦੇ ਉੱਥੇ ਰੰਗਜੀਤ ਦਾ ਤੇ ਕੰਮ ਕਰਦਾ, ਰੰਗਜੀਤ ਨੂੰ ਚਿੱਤ ਕਰ ਦਿੱਤਾ ਸੀਗਾ ਜਦੋਂ ਉਹਨਾਂ ਨੇ ਮੁਕਤਸਰ ਦੀ ਜੰਗ ਤੋਂ ਬਾਅਦ ਰੰਗਜੀਤ ਨੂੰ ਤੇ ਜ਼ਫਰਨਾਮਾ ਦਿੱਤਾ। ਉਹਦੇ ਜ਼ਫਰਨਾਮੇ ਦੇ ਨਾਲ ਹੀ ਸ਼ਰਮ ਦੇ ਨਾਲ ਉਹਦੀ ਤੇ ਮਿੱਟੀ ਪਲੀਟ ਹੋ ਗਈ। ਤਾਂ ਜਿੰਦੇ ਦੇ ਉੱਤੇ ਵੀ ਜਿੰਦਾ ਵੀ ਹੈਗਾ ਹੋਊਗਾ ਜਾਂ ਮਰਿਆ ਵੀ ਹੋਊਗਾ ਉਹ ਖਤਮ ਹੋ ਗਿਆ। ਅਤੇ ਮਹਾਰਾਜ ਕਿਹਦੇ ਕੋਲ ਲੁਕਣਾ ਸੀ, ਉਹਦਾ ਪੁੱਤਰ ਹੀ ਵੇਖੋ ਦਾ ਬਹਾਦਰ ਸ਼ਾਹ ਜਿਹੜਾ ਵਾ ਔਰੰਗਜ਼ੇਬ ਦਾ ਪੁੱਤਰ, ਉਹ ਸੱਚੇ ਪਾਤਸ਼ਾਹ ਨਾਲ ਸੰਧੀ ਕਰਨ ਡਿਆ ਵਾ, ਉਹ ਗੁਰੂ ਸਾਹਿਬ ਜੀ ਦੀ ਉਹ ਸਿਫਤ ਕਰਨ ਡਿਆ ਵਾ। ਔਰੰਗਜ਼ੇਬ ਜਿਹੜਾ ਵਾ ਉਹਦੀ ਮੁਖਾਲਫਤ ਕਰਨ ਡਿਆ ਵਾ। ਬਹਾਦਰ ਸ਼ਾਹ ਉਹਦਾ ਪੁੱਤਰ ਆ। ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨਾਲ ਮਿਲਾਪ ਵੀ ਕੀਤਾ ਔਰ ਉਹਨਾਂ ਦੀ ਆਓ ਭਗਤੀ ਬਥੇਰੀ ਕੀਤੀ। ਬਹਾਦਰ ਸ਼ਾਹ ਨੇ ਉਹਨਾਂ ਦੇ ਨਾਲ ਮਿੱਤਰਤਾ ਵੀ ਕਾਇਮ ਕੀਤੀ। ਉਹਦਾ ਹੀ ਪਿਓ ਜਿਹੜਾ ਵਾ ਉਹ ਦੂਜੇ ਬੰਨੇ ਚੱਲਣ ਡਿਆ ਵਾ। ਕਹਿਣ ਤੋਂ ਭਾਵ ਜੋ ਇਤਿਹਾਸ ਪੜ੍ਹਾਂਗੇ ਇਹ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਆ, ਗੁਰਬਾਣੀ ਦੇ ਵਿੱਚ ਵੀ ਸਾਰਾ ਆਵੇਗਾ। ਕ੍ਰਿਸ਼ਨ ਭਗਵਾਨ ਦੀ ਤੁਹਾਨੂੰ ਕਹਾਣੀ ਸੁਣਾਓ। ਕ੍ਰਿਸ਼ਨ ਭਗਵਾਨ ਦੀ ਇੱਥੇ ਤੇ ਹੁਣ ਥੋੜ੍ਹਾ ਕਹਿ ਨਾ ਇੱਕ ਨਿੱਕੀ ਜਿਹੀ ਗੱਲ ਤੋਂ 47 ਲੱਖ ਜਿਹੜੀ ਉਸ ਵਕਤ ਮਹਾਭਾਰਤ ਦੇ ਯੁੱਧ ਦੇ ਵਿੱਚ 47 ਲੱਖ ਮਰਿਆ ਸੀਗਾ। 47 ਲੱਖ। ਅਤੇ ਜਾਦਵ ਕੋਲ ਜਿਹੜੀ ਸੀ ਨਾ ਕੈਰਵ ਜਾਦਵਾਂ ਦੀ ਕੁੱਲ ਸਾਰੀ ਨਾਸ ਹੋ ਗਈ। ਕੂਣੀਆਂ ਦੇ ਕੂਣੀਆਂ 47 ਲੱਖ। ਇੱਕ ਮਾਮੂਲੀ ਜੀ ਉਹ ਧਰਤੀ ਸੀ ਜਿਹੜੀ ਕੋਈ ਕੁਸ਼ੇਤਰ ਦੀ, ਉੱਥੇ ਹੀ ਉਹ ਮਹਾਭਾਰਤ ਦਾ ਯੁੱਧ ਹੋਇਆ ਅਤੇ ਉਹ ਨਿੱਕੀ ਜਿਹੀ ਗੱਲ ਦੇ ਉੱਤੋਂ ਉਹਨਾਂ ਦੀ ਬਣ ਗਈ। ਉਹ ਉੱਤੋਂ ਜੋ ਉਹ ਕੋਈ ਬੀਬੀ ਰਾਣੀ ਜੀ ਸੀਗੀ ਉਹਦੇ ਤੋਂ ਉਹ ਕਹਾਣੀ ਚੱਲ ਗਈ ਦ੍ਰੋਪਦੀ ਤੋਂ, ਅਤੇ ਉਹ ਕੂਣੀ ਦੀ ਕੁੜੀ ਨਾਲ 47 ਲੱਖ ਦੀ ਮੌਤ ਹੋਈ ਸੀਗੀ ਉਸ ਵਕਤ। ਆਪਸ ਵਿੱਚ ਲੜ ਮਰ ਗਏ। ਚਲੋ ਮਰਨਾ ਤਾਂ ਹੈਗੇ, ਮਰਨਾ ਸਾਰੇ ਨੇ, ਅਸੀਂ ਮਰਨਾ, ਤੁਸੀਂ ਮਰਨਾ, ਤੂੰ ਮਰਨ ਲਿਖਾਏ ਮੰਡਲ ਮੈਂ ਇੱਕੋ ਰਹਿਣਾ ਚੱਲਣਾ ਪਤਾ। ਅਤੇ ਜੇ ਮੌਤ ਤੋਂ ਕੋਈ ਡਰਦੇ ਆ, ਇੱਥੇ ਕੁਝ ਨਹੀਂ ਜੇ, ਤੁਸੀਂ ਜੋ ਮਰਜ਼ੀ ਕਰ ਲਓ, ਤੁਹਾਡੇ ਕੋਠੀਆਂ ਕਾਰਾਂ ਜੋ ਤੁਸੀਂ ਮਰਜ਼ੀ ਦਾਅਵੇ ਕਰਦੇ ਫਿਰ ਕੁਛ ਨਹੀਂ ਜੇ, ਖਾਲੀ ਹੱਥੀਂ ਜਾਣਾ ਜੇ। ਅੱਜ ਇਹਨਾਂ ਨਾਲ ਹੁਣ ਉੱਥੇ ਭਾਣਾ ਬੀਤਿਆ ਨਾ ਇਟਲੀ ਦੇ ਵਿੱਚ, ਤੇ ਜਾਂ ਉੱਥੇ ਸਾਰੇ ਛੱਡ ਗਏ। ਅਤੇ ਸੁਣਿਆ ਸੀ ਕਿ ਉਹ ਆਇਆ ਵੀ ਨੋਟ ਜਿਹੜੀ ਨਾ ਕਰੰਸੀ ਸਾਰੀ ਅੱਗ ਲਾਤੀ ਸੜਕਾਂ ਦੇ ਉੱਤੇ ਸੁੱਟ ਕੇ ਉਹਨਾਂ ਨੂੰ, ਇੰਨਾ ਨੁਕਸਾਨ ਹੋਇਆ ਵਾ। ਅਤੇ ਅੱਜ ਇਹਨਾਂ ਦੇ ਅਜੇ ਦਿਮਾਗ ਦੇ ਵਿੱਚ ਇੱਕੋ ਹੀ ਪਿਆ ਵਾ ਵੀ ਛੇਤੀ ਇਹ ਛੇਤੀ ਦਾ ਕੰਮ ਨਹੀਂ ਗਾ। ਇਹ ਬੜੇ ਅਜੇ ਹੌਸਲੇ ਨਾਲ ਚੱਲੋ। ਅਜੇ ਤਾਂ ਕੰਟਰੋਲ ਨਹੀਂ ਹੋ ਰਿਹਾ। ਜੇ ਥੋੜ੍ਹੇ ਹੁੰਦੇ ਤਾਂ ਉਹ ਪਤਾ ਨਹੀਂ ਕਿੰਨੇ ਕੁ ਨਿਕਲ ਆਉਂਦੇ ਆ। ਅਜੇ ਕੋਈ ਤਾਂ ਕੰਟਰੋਲ ਨਹੀਂ ਗਾ। ਅਤੇ ਜੇ ਕਿਤੇ ਉਹ ਗੱਡੀ ਇਹ ਛੱਡਦੇ ਨਾ ਜਿਹੜੇ ਤੁਸੀਂ ਕਹਿੰਦੇ ਜੇ ਵੀ ਸਾਡਾ ਵਪਾਰ ਤੇ ਅਸੀਂ ਬਾਹਰ ਜਾਣਾ, ਅਤੇ ਇਹੋ ਜਿਹਾ ਇੱਥੇ ਘੱਲੂਘਾਰ ਆਊਗਾ ਵੀ ਇੱਥੇ ਵੇਖਣ ਨੂੰ ਲੱਭੂਗਾ ਨਹੀਂ ਗਾ। ਚਲੋ ਉਹਨਾਂ ਨੇ ਜਿਹੜੇ ਮਾਹਰ ਉਹਨਾਂ ਨੇ ਡਏ ਕੋਸ਼ਿਸ਼ ਕਰਨ, ਕੁਦਰਤ ਦੇ ਬੰਦੇ ਬਣਾਏ ਆ, ਦੱਸਣ ਡੇ ਆ ਉਹ ਇਸੇ ਕਰਕੇ ਕੰਟਰੋਲ ਕੀਤਾ। ਇਸ ਕਾਰਨ ਕਰਕੇ ਥੋੜ੍ਹਾ ਧੀਰਜ ਤੋਂ ਕੰਮ ਲਓ। ਅਜੇ ਤਪੱਸਿਆ ਕਰਨੀ ਪੈਣੀ ਆ ਬਹੁਤ ਆਪਾਂ ਨੂੰ। ਇਹ ਕਰਤੂ ਨਹੀਂ ਗਾ ਵੀ ਉਸ ਵੇਲੇ ਜਿੱਦਾਂ ਉਹ 84 ਲੱਗਿਆ ਅਤੇ ਮਹੀਨੇ ਇਹੋ ਜਿਹੀ ਨਹੀਂ ਗੱਲ ਨਹੀਂ। ਇੱਕ ਸਮਾਂ ਹੌਲੀ ਆਵੇ ਹੋ ਜਾਵੇਗਾ ਠੀਕ, ਕੋਈ ਗੱਲ ਨਹੀਂ। ਸੱਚੇ ਪਾਤਸ਼ਾਹ ਦੇ ਦੂਤ ਨੇ ਸਤੋ ਪਰਮੇਸ਼ਰ ਦੇ
ਇਹ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਉਹਦੇ ਆਧਾਰ ਉੱਤੇ ਦਾਸ ਨੇ ਸ਼ੁਰੂ ਕੀਤਾ, ਜਾਪ ਵੀ ਕੀਤਾ। ਇਹ ਹੁਣ ਆ ਜਿਹੜੀ ਵੀਡੀਓ ਬਣਾ ਦਿੱਤੀ ਆ, ਮੈਂ ਗਰੁੱਪ 'ਚ ਪਾ ਦੇਣੀ ਆ, ਦੇਖ ਲਿਓ। ਜੇ ਤੁਹਾਡੇ ਕੋਲ ਸੁਣੀ ਜਾਊਗੀ, ਜੇ ਚੰਗੀ ਕੋਲ ਲਗਾ ਲਿਓ, ਨਹੀਂ ਤੇ ਤੁਹਾਡੀ ਮਰਜ਼ੀ। ਸੱਚੇ ਪਾਤਸ਼ਾਹ ਕਿਰਪਾ ਕਰੇ ਤੇ ਮੇਰੀ ਇੰਨੀਆਂ ਬੇਨਤੀ ਪ੍ਰਵਾਨ ਕਰਿਓ। ਮੈਂ ਨਿਰੰਤਰ ਇਹਦਾ ਜਾਪ ਜਿਹੜਾ ਸ਼ੁਰੂ ਕਰਤਾ, ਸੁਣ ਲਿਓ ਚੰਗੋ। ਜੇ ਕੋਈ ਨਾਲ ਜੁੜ ਗਿਆ, ਨਹੀਂ ਤੇ ਦਾਸ ਹੈ ਹੈਗਾ ਜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ 500 ਮਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।